ਵੰਡ ਵੰਡਾਈ ਹੋਈ ਹੈ। ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਮਰ ਜਦੋਂ ਸਿੱਖ ਗਏ ਨੇ ਹਾਂਜੀ। ਮੈਨੂੰ ਇਹ ਨਹੀਂ ਪਤਾ, ਮੈਂ 3 ਸਾਲ ਵਾਢੀ ਉਹਦੇ ਨਾਲ ਕੀਤੀ ਹੈ। ਉਹ ਵਾਹ ਜੀ ਵਾਹ, ਅੱਛਾ ਠੀਕ ਹੈ। ਉਹਨਾਂ ਦੇ ਨਾਲ 3 ਸਾਲ ਵਾਢੀ ਕੀਤੀ ਹੈ ਕਣਕ ਦੀ। ਹਾਂ ਠੀਕ। ਇੱਕ ਲੰਬੜਦਾਰ ਮੁਸਲਮਾਨ ਸੀ, ਇੱਕ ਲੰਬੜਦਾਰ ਹਿੰਦੂ ਸੀ। ਅੱਛਾ, ਸਿੱਖਾਂ ਚੋਂ? ਆਹ ਅੱਛਾ, ਨਾਂ ਯਾਦ ਹੈ ਉਹਦਾ ਕੀ ਸੀ? ਉਹ ਪਿੜਮਲ ਸੀ ਸਿੱਖ। ਸਿੱਖ। ਅੱਛਾ, ਤੇ ਜਿਹੜਾ ਮੁਸਲਮਾਨ ਸੀ ਉਹ ਨਵਾਬ ਸੀ। ਨਵਾਬ, ਹਾਂ। ਠੀਕ। ਮੈਂ ਉਹਨਾਂ ਕੋ ਹੁੰਦਾ ਸਾਂ ਵੀਰ ਸਿੰਘ। ਵੀਰ ਸਿੰਘ, ਅੱਛਾ। ਬੰਤਰਾ ਸਿੰਘ, ਹੂੰ ਵਿਰਸਾ ਸਿੰਘ, ਹੂੰ, ਸ਼ਿੰਗਾਰਾ ਸਿੰਘ, ਵਾਹ ਜੀ ਵਾਹ। ਨਾਮਾ ਸਿੰਘ, ਹੂੰ, 5 ਭਰਾ ਸਨ। 5 ਭਰਾ। ਉਹਨਾਂ ਕੋ ਮੈਂ ਹੁੰਦਾ। ਠੀਕ ਹੈ, ਠੀਕ। ਉਹਨਾਂ ਦੇ ਡੇਰੇ ਤੁਸੀਂ ਕੰਮਕਾਜ ਕਰਨਾ? ਆਹ ਠੀਕ ਹੈ। ਤੇ ਉਹ ਘੋੜੀ ਤੇ ਪਿੱਠ ਸਵਾਰੀ ਵੀ ਕਰਦੇ ਸਨ? ਆਹੋ। ਅੱਛਾ ਬੜੀ ਠੀਕ ਠਾਕ। ਅੱਛਾ ਅੱਛਾ। ਇਹ ਕਿਹੜੇ ਰੰਗ ਦੀ ਘੋੜੀ ਸੀ, ਯਾਦ ਹੈ ਤੁਹਾਨੂੰ? ਲਾਲ ਰੰਗ ਦੀ। ਲਾਲ ਰੰਗ ਦੀ ਘੋੜੀ। ਖਾਸ ਲਾਲ ਰੰਗ ਦੀ। ਅੱਛਾ। ਜਿਨ੍ਹਾਂ ਨੇ ਸਾਨੂੰ ਇੱਥੇ ਘੱਲਿਆ ਨਾ, ਜਾਂ ਜਿਨ੍ਹਾਂ ਦੇ ਕਹਿਣ ਤੇ ਅਸੀਂ ਆਏ, ਉਹਨਾਂ ਦਾ ਨਾਮ ਹੈ ਸਰਦਾਰ ਗੁਰਵਿੰਦਰ ਸਿੰਘ ਸਾਹੀ। ਉਹਨਾਂ ਦੇ ਦਾਦਾ ਜਾਨ ਦਾ ਨਾਮ ਸੀ ਉਜਾਗਰ ਸਿੰਘ ਸਾਹੀ। ਉਹ 47 ਜਦੋਂ ਹੋਈ ਨਾ, ਉਹਦੇ ਤੋਂ ਕੋਈ 10-12 ਸਾਲ ਪਹਿਲੇ ਜੰਡੂ ਸਾਈਆਂ ਤੋਂ ਉੱਠ ਕੇ ਆਏ ਸਨ। ਇਹ ਤੁਹਾਨੂੰ ਯਾਦ ਹੈ? ਜਿਹੜੇ ਉੱਥੋਂ ਆਏ ਸਨ ਜੰਡੂ ਸਾਈਆਂ ਤੋਂ ਉੱਠ ਕੇ। ਉਜਾਗਰ ਸਿੰਘ, ਮੋਹਿੰਦਰ ਸਿੰਘ, ਜੱਸਾ, ਬਲਵੰਤ ਸਿੰਘ। ਠੀਕ ਹੈ, ਠੀਕ। ਤੇ ਬਾਬਾ ਜੀ ਉਜਾਗਰ ਸਿੰਘ ਦੇ 2 ਭਤੀਜਿਆਂ ਦੇ ਨਾਮ ਵੀ ਸਾਡੇ ਕੋਲ ਆਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹਵੇਲਾ ਸਿੰਘ ਸੀ, ਇੱਕ ਬੇਲਾ ਸਿੰਘ ਸੀ, ਇੱਕ ਸੋਹਣ ਸਿੰਘ ਸੀ। ਉਹ ਇੱਥੇ ਦੇ ਆ। ਅੱਛਾ, ਉਹਨਾਂ ਦੇ ਘਰ ਇਸ ਪਾਸੇ? ਹਾਂ, ਇੱਥੇ ਆ। ਹਾਂ, ਡੇਰਾ ਉਹਨਾਂ ਦਾ ਹੈ ਕੱਕੇ ਵਾਲਾ। ਕੱਕੇ ਵਾਲਾ ਖੂਹ? ਅੱਛਾ, ਕੱਕੇ ਵਾਲਾ ਡੇਰਾ ਸੀ ਉਹਨਾਂ ਦਾ। ਇਹ ਉਜਾਗਰ ਸਿੰਘ ਦੇ ਭਤੀਜੇ ਸਨ। ਪਿੱਪਲਾ ਦੇ ਖੂਹ ਦਾ? ਹਾਂ। ਪਤਾ ਯਾਰ ਉਹ ਮਤਲਬ ਉਹਦੇ ਨਾਲ ਕਿਛੂ ਹੋਈ। ਹਾਂ। ਪਿੱਪਲਾ ਜਿਹੜਾ ਸੀ ਉਹਦੇ ਨਾਲ ਕਿਛੂ ਹੋਈ, ਤੇ ਇੱਕ ਨਾਲ ਬੇਲੀ ਸੀ। ਅੱਛਾ। ਹਾਂਜੀ। ਹਾਂ। ਤੇ ਉਹ ਨਿੱਕਾ ਜਿਹੜਾ ਉਹਦੇ ਨਾਲ ਪਤਾ ਨਹੀਂ 3 ਭਰਾ ਹਨ। ਆਹੋ। ਅੱਛਾ। ਬਰਕਤ ਸ਼ਾਹ, ਬਰਕਤ ਸ਼ਾਹ, ਰੂੜੇ ਸ਼ਾਹ, ਹੂੰ, ਗੁਰੇ ਸ਼ਾਹ, ਬੱਲੇ, ਸੰਤੂ ਸ਼ਾਹ। ਹਾਂ। ਹਾਂਜੀ। ਚਾੜੀ ਵਾਲੀ ਬਾਬੇ ਨੇ ਹਾਂ। ਤੇ ਘਰ ਉਹਨਾਂ ਦੇ 5। ਅੱਛਾ ਅੱਛਾ। ਤੇ ਕੀ ਕੰਮਕਾਜ ਸੀ ਇਹਨਾਂ ਦਾ? ਦੁਕਾਨਦਾਰੀ? ਉਹ ਜੀ ਮਾਲਦਾਰ ਆਦਮੀ ਸਨ। ਹੂੰ। 12 ਪੱਖੀਆਂ ਅੱਛਾ। ਤੇ ਦਾਤਰ ਸੂਲ, ਹਾਂ। 12 ਦਰਜਨਾ ਮਾਲਟਾ। 12 ਦਰਜਨਾ ਮਾਲਟਾ। ਅੱਛਾ। ਹਾਂਜੀ। ਹਾਂ। ਤੇ ਦਾਤਨ ਸੁਰਮਾ। ਦਾਤਨ ਤੇ ਸੁਰਮਾ। ਅੱਛਾ। ਹਾਂ। ਉਹ ਮੈਂ ਲੈ ਕੇ ਤੇ ਜਾਣਾ। ਅੱਛਾ। ਐਡੀ ਐਡੀ ਅਸਰ ਪੈਰ ਹੋਏ। ਹੋਏ ਹੋਏ। अस्सलामुअलैकुम जी, सत श्री अकाल, प्रणाम दोस्तों। मैं ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਦੋਸਤੋ ਸਾਂਝਾ ਪੰਜਾਬ ਪਹੁੰਚਿਆ ਜੀ ਪਿੰਡ ਸਤੋਕੇ, ਤੇ ਇਹ ਫੁੱਲ ਖਿਲਿਆ ਜੀ ਤਹਿਸੀਲ ਡਸਕਾ ਦੇ ਵਿੱਚ, ਯਾਨੀ ਪਿੰਡ ਸਤੋਕੇ ਦੀ ਗੱਲ ਕਰ ਰਹੇ ਹਾਂ ਤੇ ਡਿਸਟ੍ਰਿਕਟ ਸਿਆਲਕੋਟ ਦੇ ਵਿੱਚ ਆਉਂਦਾ ਹੈ ਜੀ। ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਸਰਦਾਰ ਗੁਰਵਿੰਦਰ ਸਿੰਘ ਸਾਹੀ। ਉਹਨਾਂ ਦੀ ਰਿਕੁਐਸਟ ਤੇ ਉਹਨਾਂ ਦੇ ਦਾਦਾ ਜਾਨ ਇਸ ਪਿੰਡ ਤੋਂ ਬਿਲੋਂਗ ਕਰਦੇ ਸਨ 1947 ਤੋਂ ਪਹਿਲੇ। ਉਹਨਾਂ ਦੇ ਦਾਦਾ ਜਾਨ ਦਾ ਨਾਮ ਸੀ ਸਰਦਾਰ ਉਜਾਗਰ ਸਿੰਘ ਸਾਹੀ। ਫਿਰ ਉਹਨਾਂ ਦੇ ਅੱਗੋਂ ਬੱਚੇ ਸਨ ਸਰਦਾਰ ਮੋਹਿੰਦਰ ਸਿੰਘ ਸਾਹੀ, ਸਰਦਾਰ ਜਸਵੰਤ ਸਿੰਘ ਸਾਹੀ ਉਰਫ ਜੱਸਾ ਸਿੰਘ, ਤੇ ਸਰਦਾਰ ਗੁਰਵਿੰਦਰ ਸਿੰਘ ਸਾਹੀ ਦੇ ਵਾਲਦ ਸਾਹਿਬ ਦਾ ਨਾਮ ਸੀ ਸਰਦਾਰ ਬਲਵੰਤ ਸਿੰਘ ਸਾਹੀ ਉਰਫ ਬੰਤਾ ਸਿੰਘ। ਤੇ ਉਹਨਾਂ ਦੇ ਬਜ਼ੁਰਗਾਂ ਦੀਆਂ, ਉਹਨਾਂ ਦੇ ਤਾਇਆ ਚਾਚਿਆਂ ਦੀਆਂ ਇਸ ਪਿੰਡ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਜੀ। ਤੇ ਅੱਜ ਅਸੀਂ ਇਸ ਪਿੰਡ ਦੇ ਬਾਰੇ ਤੁਹਾਨੂੰ ਦੱਸਾਂਗੇ। ਤੇ ਮੈਂ ਜੀ ਇਸ ਵੇਲੇ ਤੁਹਾਨੂੰ ਅਸੀਂ ਪਿੰਡ ਸਤੋਕੇ ਦਾ ਇੰਟਰਵਿਊ ਕਰਨ ਤੋਂ ਬਾਅਦ ਵਾਪਸੀ ਤੇ ਇਸ ਪਿੰਡ ਦਾ ਵਿਊ ਦਿਖਾ ਰਿਹਾ। ਤੇ ਇਸ ਪਿੰਡ ਦੇ ਵਿੱਚ ਅਸੀਂ ਤਕਰੀਬਨ 3 ਤੋਂ 4 ਘੰਟੇ ਗੁਜ਼ਾਰੇ। ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਪਿੰਡ ਦੇ ਵਿੱਚ। ਉਹਦੀ ਵਜ੍ਹਾ ਕਿ ਸਰਦਾਰ ਗੁਰਵਿੰਦਰ ਸਿੰਘ ਸਾਹੀ ਬਹੁਤ ਅਰਸੇ ਤੋਂ ਸਾਨੂੰ ਰਿਕੁਐਸਟ ਕਰ ਰਹੇ ਸਨ, ਤੇ ਜਿਸ ਤਰ੍ਹਾਂ ਕਿ ਸਾਡਾ ਉਹਨਾਂ ਨਾਲ ਇੱਕ ਵਾਅਦਾ ਸੀ
ਕਿ ਸਰਦਾਰ ਜੀ ਤੁਹਾਨੂੰ ਪਿੰਡ ਅਸੀਂ ਇਸ ਤਰ੍ਹਾਂ ਵਹਾਵਾਂਗੇ ਕਿ ਜਿਵੇਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਤੁਸੀਂ ਆਪ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮ ਫਿਰ ਰਹੇ ਹੋ। ਸੋ ਅਸੀਂ ਇਸ ਗੱਲ ਨੂੰ ਕਾਇਮ ਰੱਖਣ ਵਾਸਤੇ ਅਸੀਂ ਪਿੰਡ ਦੀਆਂ ਗਲੀਆਂ ਦਾ ਵਿਊ ਵੀ ਦਿਖਾਇਆ। ਹੋਰ ਵੀ ਬਹੁਤ ਇਹਦੇ ਤੋਂ ਇਲਾਵਾ ਇਹਨਾਂ ਦੇ ਖਾਨਦਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਸਰਦਾਰ ਲੋਕ ਜਿਹੜੇ ਇੱਥੇ ਵੱਸਦੇ ਸਨ, ਉਹਨਾਂ ਤੇ ਵੀ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਬਜ਼ੁਰਗ ਥੋੜਾ ਉੱਚੀ ਸੁਣਦੇ ਸਨ। ਸੋ ਸਾਡਾ ਕਾਫੀ ਸਾਰਾ ਜ਼ੋਰ ਲੱਗਾ ਤੇ ਮੈਂ ਉਮੀਦ ਕਰਨਾ ਤੁਸੀਂ ਸਾਡਾ ਅੱਜ ਦਾ ਐਪੀਸੋਡ ਸਾਰਾ ਸੁਣੋਗੇ, ਜਿਹਦੇ ਵਿੱਚ ਤੁਸੀਂ ਸੱਤੋਗੇ ਪਿੰਡ ਦੀਆਂ ਗਲੀਆਂ ਦਾ ਵਿਊ ਦੇਖੋਗੇ ਤੇ ਪਿੰਡ ਦਾ ਛੱਪੜ ਦੇਖੋਗੇ, ਪਿੰਡ ਦੇ ਜਿਹੜੇ ਖੂਹ ਨੇ ਉਹਨਾਂ ਦਾ ਵਿਊ ਦੇਖੋਗੇ। ਸਰਦਾਰ ਉਜਾਗਰ ਸਿੰਘ ਜੀ ਦਾ ਇੱਕ ਖੂਹ ਸੀ ਜੀ, ਰੋਈ ਵਾਲਾ ਖੂਹ, ਅਸੀਂ ਉਸ ਪੁਆਇੰਟ ਤੇ ਵੀ ਜਾਵਾਂਗੇ ਇਹਦੇ ਤੋਂ ਬਾਅਦ, ਤਾਂ ਅਸੀਂ ਉਹਦਾ ਵੀ ਤੁਹਾਨੂੰ ਵਿਊ ਦਿਖਾਵਾਂਗੇ। ਤੇ ਮੈਂ ਉਮੀਦ ਕਰਨਾ ਤੁਹਾਨੂੰ ਸਾਡਾ ਐਪੀਸੋਡ ਹਮੇਸ਼ਾ ਦੀ ਤਰ੍ਹਾਂ ਬੜਾ ਚੰਗਾ ਲੱਗੇਗਾ ਤੇ ਸਾਡੇ ਇਸ ਪ੍ਰੋਗਰਾਮ ਨੂੰ ਜ਼ਰੂਰ ਤੁਸੀਂ ਲਾਈਕ ਕਰਨਾ ਜੀ। ਬਹੁਤ ਸ਼ੁਕਰੀਆ। ਬਸ ਠੀਕ ਹੈ। ਉਹ ਤੇ ਕਹਿੰਦਾ ਉਹ ਡੇਰੇ ਦੇ। ਅੱਛਾ ਅੱਛਾ। अस्सलाम वालेकुम। बाबा जी की हाल है? ਬੜੀ ਖੈਰ ਅੱਲਾ ਦੀ। की नाम जी अपना? ਮੁਹੰਮਦ ਲਤੀਫ। ਮੁਹੰਮਦ ਲਤੀਫ। ਤੁਹਾਡੇ ਬਾਬੇ ਦਾ ਨਾਮ ਕੀ ਸੀ? ਵਾਲਦ ਸਾਹਿਬ ਦਾ ਜਹਿਮਤ ਰਹਿਮਤ। ਤੇ ਦਾਦੇ ਦਾ ਨਾਮ ਕੀ ਸੀ? ਹਾਕਮ ਅਲੀ। ਹਾਕਮ ਅਲੀ। ਆਪਣਾ ਪਿੰਡ ਹੈ ਮਾਲੋ ਮੇ। ਮਾਲੂਮ ਹੈ। ਜੱਦੀ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ। ਤੋਗੇ ਦਾ ਸਰਦਾਰ ਉਜਾਗਰ ਸਿੰਘ ਸਾਹੀ ਹੀ ਤੁਸੀਂ ਦੱਸਿਆ ਥੋੜੀ ਦੇਰ ਪਹਿਲੇ ਕਿ ਉਹਨਾਂ ਦਾ ਖੂਹ ਸੀ ਰੋਈ ਵਾਲਾ। ਉਹ ਕਿੱਥੇ ਕਰਕੇ ਪੈਂਦਾ ਜੀ ਰੋਈ ਵਾਲਾ ਖੂਹ? ਫੇਰ ਦੱਸਣਾ। ਇਹ ਪਿੱਛੇ ਨਾਲ ਪੈਂਦਾ ਵੇ ਤੇ ਉੱਥੇ ਇੱਕ ਦਰਖਤ ਤੁਸੀਂ ਦੱਸਿਆ, ਬੋੜ ਦਾ ਦਰਖਤ। ਬੋੜ ਹੈ, ਅੱਜ ਵੀ ਹਲੇ ਵੀ ਕਾਇਮ ਹੈ, ਆਪਣੇ ਪੈਰਾਂ ਦੇ ਖਲੋਤੀ ਹੈ। ਅਜੇ ਵੀ ਉਹ ਕਹਿੰਦਾ ਉਹ ਜਿਹੜੀ ਉਸ ਖੂਹ ਤੇ ਸੀ ਰੋਈ ਵਾਲੇ ਖੂਹ ਤੇ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਨਾ, ਤੇ ਤੁਸੀਂ ਆਪ ਹੀ ਦੱਸਿਆ ਕਿ ਜਾਗਰ ਸਿੰਘ ਦਾ ਇੱਕ ਮੁੰਡਾ ਸੀ ਮਹਿੰਦਰ ਸਿੰਘ। ਅੱਛਾ। ਉਹ ਮੈਨੂੰ ਉਹਦਾ ਪਤਾ ਹੈ ਨਾ, ਉਹਨਾਂ ਸ਼ਨਾਖਤਾਂ ਵੀ ਮੈਂ ਭੁੱਲ ਗਿਆ ਨਾ, ਬੜੀ ਦੇਰ 71-72 ਸਾਲ ਹੋਣ ਦੇ। ਤੇ ਇੱਕ ਸੀ ਜੱਸਾ ਸਿੰਘ, ਇੱਕ ਸੀ ਬਲਵੰਤ ਸਿੰਘ। ਠੀਕ ਹੈ। ਤੇ ਪਿੱਛੇ ਕਰਕੇ ਜੀ ਉਹਨਾਂ ਦਾ ਖੂਹ। ਹਾਂ ਉਹ ਇਥੋਂ ਦੀ ਆਪ ਗਲੀ ਦੀ ਆ ਵੇਖ ਲਿਓ। ਅੱਛਾ ਅੱਛਾ। ਭਾਵੇਂ ਇਧਰੋਂ ਦੀ ਹੋ ਗਏ। ਠੀਕ ਹੈ। ਬਾਬਾ ਜੀ ਆਪਣੀ ਬਰਾਦਰੀ ਜੱਟ ਬਰਾਦਰੀ ਹੈ? ਲਿਆ ਢਿੱਲੋਂ। ਜੱਟ ਢਿੱਲੋਂ। ਹਾਂ। ਅੱਛਾ। ਮਾਲੋ ਮੇ ਦੇ ਵਿੱਚ ਜੱਟ ਢਿੱਲੋਂ ਨੇ ਜ਼ਿਆਦਾ ਘਰ? ਨਹੀਂ ਥੋੜੇ ਨੇ। ਅੱਛਾ। ਹੋਰ ਕਿਹੜੀ ਕਿਹੜੀ ਬਰਾਦਰੀ ਬੈਠੀ ਹੈ? ਹੋਰ ਸ਼ਾਹ ਨੇ ਇਧਰ ਬਹੁਤੇ ਤੇ ਜਾਂ ਡੋਗਰ ਆਏ ਨੇ ਉਧਰ। ਅੱਛਾ ਉਧਰੋਂ ਇੱਜ਼ਤ ਕਰਕੇ। ਚਲੋ ਬਸ ਇਹ ਨੇ ਇੱਕ ਘਰ ਗੁਜਰਾਂ ਦਾ। ਅੱਛਾ ਅੱਛਾ। ਕਿਵੇਂ ਨਹੀਂ ਹੈ ਨਾ। ਜੀ ਜੀ। ਸਾਰੀਆਂ ਕੌਮਾਂ ਰਹਿ ਰਹੀਆਂ ਨੇ ਜੀ। ਅੱਛਾ ਅੱਛਾ। ਚਲੋ ਚਾਚੂ ਜੀ ਸਿਰ ਮਾਰੀ ਝਾਤੀ ਰੋਈ ਵਾਲੇ ਖੂਹ। ਠੀਕ ਹੈ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। अस्सलाम वालेकुम जी। वालेकुम अस्सलाम जी। की हाल है खान जी? ठीक हो? खैरियत दुआवां। की नाम जी अपना? अहमद यार खां। अहमद यार खान। ਤੁਹਾਡੇ ਵਾਲਦ ਸਾਹਿਬ ਦਾ ਨਾਮ? अब्दुल मजीद खां। ਤੇ ਬਾਬੇ ਦਾ ਨਾਮ ਕੀ ਸੀ ਦਾਦੇ ਦਾ? अब्दुल्ला खां। ਅਬਦੁੱਲਾ ਖਾਨ। ਤੇ ਤੁਸੀਂ ਮਹਾਜਰ ਹੋ ਜੀ? महाजरा। ਇੰਡੀਆ ਤੋਂ ਤੁਸੀਂ ਮਾਈਗ੍ਰੇਟ ਇੰਡੀਆ ਹੋ? ਤੋਂ ਆਏ। ਹਾਂ। ਕਿਹੜਾ ਐਡਰੈਸ ਜੀ ਆਪਣਾ ਪਿਛਲਾ? ਜ਼ਿਲ੍ਹਾ ਜਲੰਧਰ, ਤਹਿਸੀਲ ਮੰਗਤਾ, ਪਿੰਡ ਨੰਬਿਆਂ ਵਾਲਾ। ਤੇ ਕੋਈ ਗੱਲਾਂ ਯਾਦ ਨੇ ਜਿਹੜੇ ਬਜ਼ੁਰਗ ਕਰਦੇ ਸਨ? ਕਿਸ ਤਰ੍ਹਾਂ ਦਾ ਪਿੰਡ ਸੀ, ਕਿੱਡਾ ਕੁ ਉਹ ਵੱਡਾ? ਦੱਸਦੇ ਹਨ ਵੀ ਅਸੀਂ ਬੜੇ ਛੇਰਿਆਂ ਦੇ ਸਾਂ, ਬੜਾ ਅੱਛਾ ਇਲਾਕਾ ਹੈ ਸਾਡਾ, ਸਾਡਾ ਅੱਛਾ ਬੜਾ ਵਰਤਾਓ ਕਰਦੇ ਸਨ ਉਹ। ਅੱਛਾ। ਹਾਂ। ਸਾਡੇ ਵਾਲਦਰੀ 8 ਭਾਈ ਸਨ। ਅੱਛਾ ਮਾਸ਼ਾਅੱਲਾ। ਤੇ ਰਸਤੇ 'ਚ ਕੁਝ ਮਰ ਆ ਗਏ, ਕੁਝ ਵਿਚਾਰੇ ਆ ਗਏ। ਅੱਛਾ। ਤੁਹਾਡਾ ਨੁਕਸਾਨ ਵੀ ਹੋਇਆ ਤੁਹਾਡੇ ਜਿਹੜੇ ਨੁਕਸਾਨ ਵੀ ਚਾਚੇ ਬਹੁਤ ਬਾਬੇ ਦਾ? ਜ਼ਿਆਦਾ ਹੋਇਆ। ਹਾਂ ਹਾਂ। ਸਾਡੀ ਤਾਈ ਸੀ ਉਹ ਰਸਤੇ 'ਚ, ਸਾਡਾ ਦਾਦਾ ਸੀ ਉਹ ਰਸਤੇ 'ਚ, ਅਬਦੁੱਲਾ ਖਾਂ। ਜਦੋਂ ਦਰਿਆ ਬਿਆਸਾ ਵੱਢਿਆ ਤੇ ਕੰਪ ਬੈਠਾ ਸੀ, ਕੰਪ 'ਚ ਬੜੇ ਜੀ ਮਰੇ ਸਨ। ਬਹੁਤ ਜੀ, ਜੀ, ਨੁਕਸਾਨ ਹੋਇਆ ਸੀ। ਠੀਕ ਠੀਕ। ਮਤਲਬ ਕਿ ਬੈਠੇ ਸਨ ਠੀਕ ਸੀ। ਤੇ ਫਿਰ ਜੀ ਤੁਸੀਂ ਪਾਕਿਸਤਾਨ ਚ ਆ ਕੇ ਤੁਹਾਡੇ ਬਜ਼ੁਰਗ ਆਬਾਦ ਹੋਏ? ਪਾਕਿਸਤਾਨ 'ਚ ਪਹੁੰਚ ਤੋਂ ਨਨਕਾਣਾ ਸਾਹਿਬ ਆਏ ਨੇ। ਨਨਕਾਣਾ ਸਾਹਿਬ ਤੋਂ ਡੇਰਾ ਗਾਜ਼ੀ ਖਾਂ ਤੋਂ ਪੱਖਰ ਗਏ, ਪੱਖਰੋਂ ਮੰਡੀ ਬਾਬਲ ਦੀ ਤਹਿਸੀਲ ਪਾਲਿਆ। ਪਾਕਿਸਤਾਨ ਸਾਰਾ ਵੱਡਿਆਂ ਫਿਰਿਆ, ਸਾਸਾ ਕਿਤੇ ਰਕਬਾ ਨਹੀਂ ਪੂਰਾ ਮਿਲਿਆ, ਨਾ ਫਿਰ ਗੱਲ ਨਾ ਖਬਰ। ਕਿੰਨਾ ਰਕਬਾ ਸੀ ਆਪਣਾ ਪਿਛਲਾ ਬਜ਼ੁਰਗ ਸਾਡੇ ਦਾ? ਦਾਦਾ ਦਾ ਰਕਬਾ 180 ਕਿੱਲੇ ਸੀ। ਮਾਸ਼ਾਅੱਲਾ। ਬੱਲੇ ਬੱਲੇ। ਤੇ ਪੂਰਾ ਲਾਟ ਨਹੀਂ ਤੁਹਾਨੂੰ ਪੂਰਾ ਹੋਇਆ? ਲਾਟ ਨਹੀਂ ਹੋਇਆ। ਤੇ ਕਿੰਨਾ ਮਿਲਿਆ ਜੀ 180 ਚੋਂ? 180 ਜਿੱਦਾਂ 100 ਕਿੱਲਾ ਰਕਬਾ ਮਿਲਿਆ ਸਰ। ਓਏ ਹੋਏ। 80 ਕਿੱਲਾ ਬਾਈ ਯੂੰ ਤਾਸਰੇ ਪਈ। 80 ਟੁਰ ਗਿਆ। 80 ਟੁੱਟ ਗਿਆ। ਠੀਕ ਹੈ। ਬਹੁਤ ਨੁਕਸਾਨ ਹੋਇਆ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ। ਫਾਇਦਾ ਲੋਕਾਂ ਨੂੰ ਬੜਾ ਹੋਇਆ, ਨੁਕਸਾਨ ਲੋਕਾਂ ਨੂੰ ਬੜਾ ਹੋਇਆ। ਜਿਹੜੇ ਲੋਕਾਂ ਨੂੰ ਫਾਇਦਾ ਹੋਇਆ, ਕਈਆਂ ਲੋਕਾਂ ਨੂੰ ਨੁਕਸਾਨ ਹੋਇਆ। ਫਾਇਦਾ ਤੇ ਖਾਂ ਜੀ ਤੁਸੀਂ ਉਹਨਾਂ ਲੋਕਾਂ ਨੂੰ ਹੋਇਆ ਜਿਹਨਾਂ ਲੁੱਟ ਕੁੱਟ ਕੀਤੀ? ਜਿੰਨਾ ਲੁੱਟ ਕੋ ਫਾਇਦਾ ਉਹਨਾਂ ਲੋਕਾਂ ਨੂੰ ਹੋਇਆ, ਤੇ ਬਾਕੀ ਨੁਕਸਾਨ ਤੇ ਹੋਇਆ ਜਿਨ੍ਹਾਂ ਨੇ ਆਪਣੇ ਘਰ ਬੂਏ ਛੱਡਿਆ। ਘਰ। ਬਿਲਕੁਲ। ਹਾਂ।
ਸਾਡਾ ਵਾਲਦੇ ਸੀ ਤਾਂ ਦੱਸਦਾ ਹੁੰਦਾ ਕਿ ਸਾਡੀ ਜੁੱਤੀਆਂ ਟੁੱਟ ਗਈਆਂ 3-3 4-4 ਨੰਗੇ ਪੈਰੀਂ ਜਲੀਲ ਹੋਣਾ ਫਿਰਨਾ ਭੁੱਖੇ ਮਾਰ ਕੇ ਪਾਣੇ। ਕਦੇ ਇਧਰੋਂ ਮਾਲ ਹੈ ਕਿ ਫਲਾਣਾ ਲੈ ਜਾ ਉੱਥੋਂ ਇੱਕ ਬਾਂਦਾ ਸਾਡਾ ਵਾਲ ਜਿਹੜਾ 18 ਸਾਲ ਦਾ ਹਿੰਦੁਸਤਾਨ ਪਾਕਿਸਤਾਨ ਜਦੋਂ ਬਣਿਆ ਤੇ ਇਹਨਾਂ 'ਚ ਯੰਗ ਉਹ ਹੀ ਸੀ ਦੂਜੇ ਭਰਾ ਜਿਹੜੇ ਹਨ ਉਹ ਬਖਸ਼ੀਦਾ ਸਨ ਸ਼ਾਦੀशुदा ਸਨ ਜੀ ਜੀ ਉਹ ਇੰਨਾ ਸਫਰ ਨਹੀਂ ਹਨ ਕਰਦੇ ਜੀ। ਇਹਨੂੰ ਤੋੜ ਛੱਡਦੇ ਸਨ ਠੀਕ ਸਹੀ ਤੇ ਮੇਰੇ ਭਾਈ ਨੇ ਜੋ ਛੋਟੇ ਜਿਹੜੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਵਾਲ ਸਭ ਕੁਝ ਜ਼ਿਆਦਾ ਮੈਂ ਨਹੀਂ ਰਿਹਾ ਤੇ ਮੈਨੂੰ ਦੱਸਦੇ ਨੇ ਇੰਜ ਹੁੰਦਾ ਰਿਹਾ ਸਾਡਾ ਇੰਜ ਹੁੰਦਾ ਰਿਹਾ ਜੀ ਸਾਡਾ ਇੰਜ ਹੁੰਦਾ ਰਿਹਾ ਠੀਕ ਆ ਇੱਥੇ ਵੀ ਮਹੱਲੇਮੇਰ ਵੀ ਆਏ ਆ ਮਹੱਲੇਮੇਰ ਪਿੰਡ ਸਾਡਾ ਜੀ ਜੀ ਸਾਡੇ ਇਹ ਡੇਰੇ ਤੇ ਜਿਹੜਾ ਸਿੱਖਾਂ ਦਾ ਇਹ ਸਾਰਨ ਵਾਲੀ ਜਗ੍ਹਾ ਸੀ ਅੱਛਾ ਮੜੀਆਂ ਜਿਨ੍ਹਾਂ ਨੂੰ ਮੜੀਆਂ ਅੱਛਾ ਇਹਨਾਂ ਅੱਛਾ ਬੜੀਆਂ ਨੇ ਇੱਕ ਉਹਨਾਂ ਦੀ ਮਾਤਾ ਰਾਣੀ ਦੀ ਨਿਸ਼ਾਨੀ ਇੱਥੇ ਪੁਰਾਣੀ ਅੱਛਾ ਉਹ ਹੈ ਵੇ ਬੋਲੇ ਆਹ ਮਾਤਾ ਰਾਣੀ ਹੈ ਅੱਛਾ ਅਸਾਂ ਉਹ ਜਗ੍ਹਾ ਤੇ ਮਸਜਿਦ ਬਣਾਈ ਹੈ ਨਮਾਜ਼ ਨੂੰ ਪੜ੍ਹੀ ਦੀ ਹੈ ਉਹ ਜਿੱਥੇ ਮਾਤਾ ਰਾਣੀ ਹੈ। ਜਿੱਥੇ ਮਾਤਾ ਰਾਣੀ ਚਲੋ ਸਹੀ ਹੈ ਜੀ ਤੁਸੀਂ ਉਹ ਉਹਨਾਂ ਦੀ ਇਬਾਦਤਗਾਹ ਸੀ ਤੁਸੀਂ ਆਪਣੀ ਇਬਾਦਤਗਾਹ ਬਣਾ ਲਿਆ ਬਹੁਤ ਵਧੀਆ ਕੀਤਾ ਤੇ ਖਾਂ ਜੀ ਤੁਸੀਂ ਇਸ ਵੇਲੇ ਬੈਠੇ ਹੋ ਰੋਈ ਵਾਲਾ ਜਿਹੜਾ ਖੂਹ ਸੀ ਉਸ ਹਾਂ ਜਗ੍ਹਾ ਰੋਈ ਤੇ। ਵਾਲੇ ਖੂਹ ਤੇ ਮੈਂ ਥੋੜੀ ਦੇਰ ਪਹਿਲੇ ਤੁਹਾਡੇ ਅੱਗੇ ਜ਼ਿਕਰ ਕੀਤਾ ਜੀ ਹਾਂਜੀ ਤੇ ਇਹ ਖੂਹ ਦੇ 1947 ਤੋਂ ਪਹਿਲੇ ਜਿਹੜੇ ਮਾਲਕ ਸਨ ਹਾਂਜੀ। ਜਿਨ੍ਹਾਂ ਨੂੰ ਜਿਸ ਤਰ੍ਹਾਂ ਤੁਹਾਡੇ ਬਜ਼ੁਰਗ ਉਥੋਂ ਆਪਣਾ ਘਰ ਬੁਆ ਛੱਡ ਕੇ ਆਪਣੀ ਜ਼ਮੀਨ ਭਾਂਡਾ ਇਸੇ ਤਰ੍ਹਾਂ ਹੀ ਇਹ ਗਏ ਜੀ ਸਰਦਾਰ ਉਜਾਗਰ ਸਿੰਘ ਸਾਹੀ ਜਿਨ੍ਹਾਂ ਦਾ ਪਿੰਡ ਸਤੋਕੀ ਸੀ ਤੇ ਖੂਹ ਉਹਨਾਂ ਦਾ ਆਂਦਾ ਜੀ ਪਿੰਡ ਮਾਲੋਮੇ ਮਾਲੋਮੇ ਵੀ ਤੁਸੀਂ ਕਹ ਲਓ ਇਹ ਬਾਬੇ ਸਤੋਕੀ ਮਹੱਲਾ ਸੀ ਬਾਬੇ ਬਲੀ ਦੇ ਯਾਰ ਸਨ ਅੱਛਾ ਬਾਬਾ ਬਲੀ ਸੀ ਸਤੋਕਿਆਂ ਦਾ ਅੱਛਾ ਅੱਛਾ ਇਹਨਾਂ ਤੋਂ ਬਾਅਦ ਇਹਨਾਂ ਦੀ ਜ਼ਮੀਨ ਉਹ ਬੰਦ ਰਹੇ ਨੇ ਅੱਛਾ ਜਦੋਂ ਅਸੀਂ ਆਏ ਛੱਡਣੀ ਪਈ ਉਹਨਾਂ ਨੂੰ ਉਹਨਾਂ ਨੂੰ ਛੱਡਣੀ ਪਈ ਹਾਂਜੀ ਅੱਛਾ, ਤੇ ਅੱਛਾ। ਬਖਸ਼ ਬੱਟ ਸੀ ਮਾਲੋਮੇ ਦਾ ਤੇ ਬਾਬਾ ਬਲੀ ਸੀ ਸਤੋਕਿਆਂ ਦਾ ਅੱਛਾ ਅੱਛਾ ਇਹ ਬੰਦੇ ਸਨ ਇਹਨਾਂ ਕਬਜ਼ਾ ਕੀਤਾ ਸੀ ਜਦੋਂ ਅਸੀਂ ਆਏ ਆ ਸਾਨੂੰ ਹੋਇਆ ਸਾਨੂੰ ਕਬਜ਼ਾ ਲਿਆ ਜੀ 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 ਠੀਕ ਤੇ ਹਾਂਜੀ ਇਹ ਤੁਸੀਂ ਦੱਸ ਸਕਦੇ ਬੋਰਡ ਤੁਸੀਂ ਆ ਕੇ ਜੂੰ ਹੋ ਸਾਂਭੀ ਤੁਸੀਂ ਇਹਨੂੰ ਵੇਖਦੇ ਆ ਰਹੇ ਹੋ ਹਾਂਜੀ ਅਸੀਂ ਦੇਖਦੇ ਆ ਆ ਪੁਰਾਣੀ ਨਿਸ਼ਾਨੀ ਹੈ ਜੀ ਇਸੇ ਤਰ੍ਹਾਂ ਹੀ ਵੇਖਦੇ ਆ ਰਹੇ ਹਾਂ ਪਿੰਡ ਆਪਣਾ ਸੌਰੀ ਪਿੰਡ ਕਹਿ ਰਿਹਾ ਖੂਹ ਰੋਈ ਵਾਲਾ ਰੋਈ ਵਾਲਾ ਅੱਛਾ ਇਹ ਬੋਰਡ ਹੈ ਜੀ ਪੁਰਾਣੀ ਸਰਦਾਰ ਗੁਰਵਿੰਦਰ ਸਿੰਘ ਸਾਹੀ ਦੇ ਬਜ਼ੁਰਗਾਂ ਦੀ ਇੱਕ ਪੁਰਾਣੀ ਨਿਸ਼ਾਨੀਆਂ ਵਿੱਚ ਸਾਨੂੰ ਇਹ ਮਿਲੀ ਜੀ ਜੀ ਸਾਰਾ ਏਰੀਆ ਖੂਹ ਤੇ ਖਾਂ ਜੀ ਨਹੀਂ ਰਹੇ ਪੂਰ ਕਤੇ ਮੂਰ ਕੇ ਤੱਕ ਖਤਮ ਹੋ ਗਿਆ ਅੱਛਾ ਸਹੀ। ਠੀਕ ਹੈ ਜੀ ਮਿਹਰਬਾਨੀ ਖਾਂ ਜੀ ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਸਿਰ अस्सलाम वालेकुम बाबा जी वालेकुम सलाम की हाल है ठीक हो ठीक है की नाम जी अपना मोहम्मद शफी ਮੁਹੰਮਦ ਸ਼ਫੀ ਤੁਹਾਡੇ ਵਾਲਦ ਸਾਹਿਬ ਦਾ ਨਾਮ ਵਾਲਦ ਸਾਹਿਬ ਦਾ ਨਾਮ ਕੀ ਸੀ जमालदीन ਜਮਾਲਦੀਨ ਤੇ ਬਾਬੇ ਦਾ ਨਾਮ ਦਾਦੇ ਦਾ वो साढ़े तो पहला ਅੱਛਾ ਮਤਲਬ ਤੁਹਾਡੀ ਹੋਸ਼ ਤੋਂ ਪਹਿਲੇ ਪੂਰੇ ਹੋ ਗਏ ਠੀਕ ਹੈ ਕਿਹੜੇ ਪਿੰਡ 'ਚ ਤੁਸੀਂ ਇਸ ਵੇਲੇ ਬੈਠੇ ਹੋ सतों की ਸੱਤੋ ਕੇ हाँ ਤਹਿਸੀਲ तहसील डस्का ਦਸਕਾ ਤੇ ਜ਼ਿਲ੍ਹਾ ਸਿਆਲਕੋਟ जिला सियालकोट ਠੀਕ ਹੈ ਬਾਬਾ ਜੀ ਪੁਰਾਣੀਆਂ ਗੱਲਾਂ ਕਰਨੀਆਂ ਨੇ ਪਿੰਡ ਸੱਤੋਗੀ ਦੇ ਬਾਰੇ अच्छा ਕਿ ਪਿੰਡ ਕਿਸ ਤਰ੍ਹਾਂ ਦਾ ਸੀ हाँ, ਕਿਹੜੇ ਕਿਹੜੇ ਲੋਕ ਇਸ ਪਿੰਡ ਦੇ ਵਿੱਚ ਬਾਦ ਸਨ ਹਾਂ। ਸਭ ਤੋਂ ਪਹਿਲੇ ਤੁਸੀਂ ਮੈਨੂੰ ਇਹ ਦੱਸੋ ਜਦੋਂ 47 ਹੋਈ ਆਈ ਏ ਹਾਂ। ਵੰਡ ਬਣਾਈ ਹੋਈ ਏ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ उम्र जो सिख गए ने ਹਾਂਜੀ मैनू ये नहीं पता मैं 3 साल वाढी उन्होंने नाल कीती है ਓ ਵਾਹ ਜੀ ਵਾਹ ਅੱਛਾ ਠੀਕ ਹੈ उन्होंने नाल 3 साल वाढी कीती है कणक दी ਹਾਂ ਠੀਕ ਤਿੰਨ ਸਾਲ ਠੀਕ, ਤੱਕ ਵਰਦਾ ਰਹੇ ਠੀਕ ਮਤਲਬ ਅਸੀਂ ਦਾੜੀ ਮੁੱਛ ਤੁਹਾਨੂੰ ਆਈ ਸੀ ਮਾੜੀ ਚੰਗੀ हाँ माड़ियां ਹਾਂ ਠੀਕ ਹੈ ਤੇ ਕਿੰਨੀਆਂ ਪਤੀਆਂ ਸਨ ਪਿੰਡ ਦੀਆਂ ਨੰਬਰਦਾਰ नंबर 2 ਦੋ ਨੰਬਰਦਾਰ ਸਨ एक लंबरदार मुसलमान सी एक लंबरदार हिंदू सी ਅੱਛਾ ਸਿੱਖਾਂ ਚੋਂ हाँ ਅੱਛਾ ਨਾਂ ਯਾਦ ਹੈ ਉਹਦਾ ਕੀ ਸੀ ਉਹ ਪਿੜਮਲ ਸੀ ਸ਼ੇਰ ਸਿੱਖ ਅੱਛਾ ਤੇ ਜਿਹੜਾ ਮੁਸਲਮਾਨ ਸੀ ਉਹ ਨਵਾਬ ਸੀ ਨਵਾਬ ਹਾਂ ਠੀਕ ਹੈ ਰੜਮਲ ਸਹੀ ਹੈ ਤੇ ਬਾਬਾ ਜੀ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਇੱਥੇ ਬੈਠੇ ਸਨ ਪਿੰਡ ਸਤੋਗੀ ਦੇ ਉਹ ਉਦੋਂ ਬਲਾਦਰੀਆਂ ਇਹ ਇਕੱਠੀਆਂ ਹਨ ਹਾਂ ਉਦੋਂ ਉਹ ਜਿਹੜਾ ਮੁਸਲਮਾਨ ਸੀ ਤੇ ਇਹ ਉਹ ਦੋਵੇਂ ਇਕੱਠੇ ਸਨ ਹੈ ਜੀ ਜੀ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਸੀ ਅੱਛਾ ਹਾਂ ਮਤਲਬ ਪੂਰਾ ਸਲੂਕ ਸੀ ਬਿਲਕੁਲ ਲੋਕ ਇਸ ਚੀਜ਼ ਦੀ ਵੰਡ ਨਹੀਂ ਸੀ ਕਰਦੇ ਆ ਜੀ ਫਲਾਂ ਹੈ ਫਲਾਂ ਹੈ ਨਹੀਂ ਜਿਹੜਾ ਉਹਨਾਂ ਦੁਆ ਕਰਨਾ ਨਾ ਫੈਸਲਾ ਅੱਛਾ। ਉਹ ਫੈਸਲਾ ਹੋਣਾ ਉਹਦੇ ਤੇ ਆਮੀਨ ਕਰਨਾ ਸਾਰੇ ਪਿੰਡ ਨੇ ਹੁਣ ਇੱਥੇ ਪਹਿਲਾ ਹੋਰ ਹੋ ਗਿਆ ਤੇ ਉੱਤਰ ਜਾ ਕੇ ਹੋਰ ਹੋ ਗਿਆ ਉਹ ਗੱਲ ਕੋਈ ਨਹੀਂ ਪੂਰਾ ਪਿਆਰ ਮਤਲਬ ਬਿਲਕੁਲ ਠੀਕ ਸਲੂਕ ਦੀਆਂ ਗੱਲਾਂ ਸਨ ਸਲੂਕ ਦੀ ਠੀਕ ਹੈ ਬਾਬਾ ਜੀ ਜਿਹੜੇ ਸਿੱਖ ਲੋਕ ਸਨ ਉਹਨਾਂ ਦੀ ਗੋਤ ਕਿਹੜੀ ਸੀ ਹਾਂਜੀ ਕਿਹੜੇ ਜੱਟ ਸਨ ਉਹ ਜ਼ਾਤ ਉਹਨਾਂ ਦੀ ਕਿਹੜੀ ਸੀ ਉਹ ਸਿੱਖ ਜਿਹੜੇ ਹਨ ਨਾ ਉਹ ਵੱਖਰੇ ਸਨ ਅੱਛਾ
ਤੇ ਜਿਹੜਾ ਲੰਬੜ ਸੀ ਨਾ ਪੇੜਮਲ ਉਹ ਸਰਵਰ ਹਾਂ ਉਹ ਸਰਵਰ ਸੀ ਉਹ ਸਰਵਰੀਆ ਸੀ। ਅੱਛਾ ਅੱਛਾ ਸਰਵਰੀਏ ਠੀਕ ਹੈ ਠੀਕ ਉਹ ਠੀਕ ਇਹਨਾਂ ਹੈ ਦੀ ਬਣਾ ਦਿੱਤੀ ਅੱਛਾ 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 ਜੀ ਜੀ ਇਹਨਾਂ ਜੀ ਦੀ ਬਣਾ ਦਿੱਤੀ। ਅੱਛਾ ਹੂੰ ਤੇ ਮੁਸਲਮਾਨ ਜਿਹੜਾ ਸੀ ਉਹ ਵੱਖਰਾ ਸੀ। ਅੱਛਾ ਅੱਛਾ ਠੀਕ ਉਹਦੀ ਕਿਹੜੀ ਆਪਣਾ ਆਜ਼ਾਦ ਸੀ ਮੁਸਲਮਾਨ ਜਿਹੜਾ ਨੰਬਰਦਾਰ ਸੀ ਲੰਬੜ ਹਾਂਜੀ ਉਹ ਮਤਲਬ ਵੀ ਜੱਟ ਸੀ ਜੱਟ ਸੀ ਉਹ ਅੱਛਾ ਕਿਹੜਾ ਸੀ ਵੜੈਤ ਸੀ ਚੀਮਾ ਸੀ ਵਿਰਕ ਸੀ ਵਿਰਕ ਸੀ ਵਿਰਕ ਹਾਂ ਅੱਛਾ ਜਿੱਥੇ ਤੁਹਾਡਾ ਘਰ ਸੀ ਪਿੰਡ ਸਤੋਗੇ ਤੁਹਾਡੇ ਆਂਢ ਗੁਆਂਢ ਹੈ ਸਨ ਸਿੱਖ ਰਹਿੰਦੇ ਆ ਨਾਂ ਯਾਦ ਨੇ ਆਹੋ ਤੇ ਲਵੋ ਆਪਣੇ ਬੇਲੀਆਂ ਦੇ ਨਾਂ ਜਿਨ੍ਹਾਂ ਨਾਲ ਤੁਸੀਂ 3 ਸਾਲ ਵਾਢੀ ਕਰਦੇ ਰਹੇ ਆ ਉਹਨਾਂ ਦੇ ਨਾਂ ਦੱਸੋ ਕੀ ਕੀ ਸਨ ਉਹ ਉਹਨਾਂ ਦਾ ਨਾਂ ਸਿੱਖ ਉਹ ਕਿਸੇ ਦੇ ਹੁਣ ਮੈਨੂੰ ਯਾਦ ਹੈ ਅੱਛਾ ਮੈਂ ਉਹਨਾਂ ਕੋ ਹੁੰਦਾ ਸਾਂ ਵੀਰ ਸਿੰਘ ਵੀਰ ਸਿੰਘ ਅੱਛਾ ਬੰਤਰਾ ਸਿੰਘ ਹੂੰ ਵਿਰਸਾ ਸਿੰਘ ਹੂੰ ਸ਼ਿੰਗਾਰਾ ਸਿੰਘ ਵਾਹ ਜੀ ਵਾਹ ਨਾਮਾ ਸਿੰਘ ਹੂੰ 5 ਭਰਾ ਸਨ 5 ਭਰਾ ਉਹਨਾਂ ਕੋ ਮੈਂ ਹੁੰਦਾ ਠੀਕ ਹੈ ਠੀਕ। ਉਹਨਾਂ ਦੇ ਡੇਰੇ ਤੁਸੀਂ ਕੰਮਕਾਜ ਕਰਨਾ ਆ ਠੀਕ ਹੈ ਸਹੀ। ਉੱਥੇ ਰਹਿਣਾ ਹੂੰ ਘੋੜੀ ਉਹਨਾਂ ਦੀ ਇਹ ਇਲਾਕੇ 'ਚ ਕਿਸੇ ਡੱਕੀ ਨਹੀਂ ਅੱਛਾ ਹੂੰ ਘੋੜੀ ਦੇ ਪੱਠੇ ਲੱਦਣੇ ਹੂੰ ਤੇ ਉਹਨਾਂ ਮੇਰੇ ਘਰ ਸੁੱਟ ਜਾਣੇ ਤੇ ਉਹ ਘੋੜੀ ਉਹਨਾਂ ਆਖਣਾ ਲਗਾਮ ਤੇ ਤਾਰੂ ਲਾ ਲਈ ਹੂੰ ਤੇ ਘੋੜੀ ਛੱਡ ਦੇਈ ਅੱਛਾ ਲਗਾਮ ਤੇ ਤਾਰੂ ਲੈ ਕੇ ਆ ਜਾਈ ਹੂੰ ਹੂੰ ਮੈਂ ਆਪਣੇ ਡੇਰੇ ਤੇ ਆਣ ਕੇ ਲਗਾਮ ਲਾ ਲੈਣੀ ਅੱਛਾ ਤਾਰੂ ਲੈ ਲੈਣਾ ਹੂੰ ਹੂੰ ਤੇ ਘੋੜੀ ਅੱਛਾ ਅੱਛਾ ਠੀਕ ਹੈ ਸਹੀ ਹੈ ਤੇ ਉਹ ਘੋੜੀ ਤੇ ਪਿੱਠ ਸਵਾਰੀ ਵੀ ਕਰਦੇ ਸਨ ਆਹੋ ਅੱਛਾ ਬੜੀ ਠੀਕ ਠਾਕ ਅੱਛਾ ਅੱਛਾ ਇਹ ਕਿਹੜੇ ਰੰਗ ਦੀ ਘੋੜੀ ਸੀ ਯਾਦ ਹੈ ਤੁਹਾਨੂੰ ਲਾਲ ਰੰਗ ਦੀ ਲਾਲ ਰੰਗ ਦੀ ਘੋੜੀ ਖਾਸ ਲਾਲ ਰੰਗ ਦੀ ਅੱਛਾ ਵਾਹ ਜੀ ਵਾਹ ਗੁਰਦੁਆਰਾ ਹੈ ਸੀ ਆਪਣੇ ਪਿੰਡ ਚ ਹੈ ਜੀ ਗੁਰਦੁਆਰਾ ਗੁਰਦੁਆਰਾ ਹੈ ਸੀ ਅੱਛਾ ਜਿੱਥੇ ਰਾਣਿਆਂ ਦੀ ਬੈਠ ਕੇ ਨਾ ਹਾਂ ਉੱਥੇ ਗੁਰਦੁਆਰਾ ਸੀ ਆ ਰਾਣਿਆਂ ਦੀ ਬੈਠ ਕੇ ਨਹੀਂ ਉੱਥੇ ਅੱਛਾ ਅੱਛਾ ਉੱਥੇ ਗੁਰਦੁਆਰਾ ਸੀ ਠੀਕ ਹੈ ਤੇ ਮਸਜਿਦ ਮਸਜਿਦ ਉਹ ਹੀ ਮਸਜਿਦ ਹੈ। ਅੱਛਾ ਹਾਂ, ਉਹ ਹੀ ਮਸਜਿਦ ਆਪਣੇ ਜਗ੍ਹਾ ਤੇ ਹਾਂ ਉਹ- ਠੀਕ ਹੈ ਉਸ ਵੇਲੇ ਮਸਜਿਦ ਇੱਕ ਹੀ ਸੀ ਪਿੰਡ ਚ ਹਾਂਜੀ ਠੀਕ ਹੈ ਇੱਕੋ ਹੀ ਮਸਜਿਦ ਸੀ ਤੇ ਹੁਣ 2 ਹੋ ਗਈਆਂ ਹੁਣ 2 ਹੋ ਗਈਆਂ ਠੀਕ ਹੈ ਬਾਬਾ ਜੀ ਹੁਣ ਤੇ ਪਿੰਡ ਸਤੋ ਕੀ ਵਧਿਆ ਹਾਂ ਤੇ ਵੱਧ ਗਿਆ। ਉਹ ਉਸ ਵੇਲੇ ਤੁਸੀਂ ਮੋਟੇ ਸਾਰਾ ਵੱਧ ਗਿਆ ਸਾਰਾ ਵੱਧ ਗਿਆ ਉਸ ਵੇਲੇ ਤੁਸੀਂ ਦੱਸ ਸਕਦੇ ਹੋ ਮੋਟੇ ਮੋਟੇ ਕਿੰਨੇ ਘਰ ਸਨ ਪਿੰਡ ਦੇ 100-125 ਘਰ ਹੈ ਸੀ ਸਤੋਗੀ ਦਾ ਉਸ ਇੱਥੇ 47 ਵੇਲੇ ਹਾਂਜੀ ਇੰਨਾ ਇੰਨਾ ਘਰ ਹੈ ਸੀ 100 150 ਆਈ ਜ਼ਿਆਦਾ ਆਬਾਦੀ ਜਿਹੜੀ ਸੀ ਉਹ ਸਿੱਖਾਂ ਦੀ ਸੀ ਜਾਂ ਮੁਸਲਮਾਨਾਂ ਦੀ ਸੀ ਪਿੰਡ 'ਚ ਜ਼ਿਆਦਾ ਆਬਾਦੀ ਸਿੱਖਾਂ ਦੀ ਅੱਛਾ ਹਾਂ ਵਾਦਾ ਉਹਦੇ ਸਾਰੇ ਸਿੱਖਾਂ ਦੀ ਹੂੰ ਹੈ ਜੀ ਅੱਛਾ ਅੱਛਾ ਠੀਕ ਹੈ। ਪਿੰਡ ਸਤੋਗੀ ਦੇ ਵਿੱਚ ਸਕੂਲ ਹੈ ਸੀ ਸਕੂਲ ਸਕੂਲ ਹਾਂਜੀ ਨਹੀਂ ਅੱਛਾ ਤੇ ਕਿੱਥੇ ਜਾਂਦੇ ਸਾਂ ਬੱਚੇ ਉਸ ਵੇਲੇ ਪੜਨ ਉਹਦਾ ਜੀ ਡੱਲੇ ਕੀ ਅੱਛਾ ਡੱਲੇ ਮੇਰ ਮਾਲੋ ਮੇਰ ਉਹਦੇ ਡੱਲੇ ਕੀ ਬੁੱਢੇ ਘਰਾਏ ਹਾਂ ਹਾਂ ਪਿੰਡ ਸਤੋਗੀ ਦੇ ਜਿਹੜੇ ਪਿੰਡ ਨੇ ਨਾ ਨਾਲ ਦੇ ਪਿੰਡ ਇਹਨਾਂ ਦੇ ਨਾਂ ਦੱਸੋ ਜਿਹੜੇ ਦੇ ਨਾਲ ਲੱਗਦੇ ਪਿੰਡ ਨੇ ਨਾਲ ਲੱਗਦਾ ਮਾਲੋ ਮੇਰ ਹਾਂਜੀ ਬੁਰਾ ਘਰਾਇਆ ਅੱਛਾ ਲੱਲਰ ਹਾਂ ਹੈ ਕਸਵਾਲਾ ਸੰਗਰ ਵਾਲੀ ਠੀਕ ਹੈ ਹਾਂ ਮਾਂਡਿਆ ਇਹ ਪੈਂਦੇ ਇਹਨਾਂ ਪਿੰਡ 'ਚ ਵੀ ਸਿੱਖ ਲੋਕ ਬਾਦ ਸਨ ਆਹੋ ਅੱਛਾ ਨਹੀਂ ਉਹ ਮੁਸਲਮਾਨਾਂ ਦੇ ਪਿੰਡ ਹਨ ਅੱਛਾ ਜਿਹੜਾ ਸ਼ੇਖੂਪੁਰ ਸੰਗਰ ਵਾਲੀ ਹੂੰ ਇਹ ਮੁਸਲਮਾਨਾਂ ਦੇ ਹਨ ਅੱਛਾ ਉੱਥੇ ਸਿੱਖ ਕੋਈ ਨਹੀਂ ਹਾਂ ਹਾਂ ਤੇ ਮਾਲੋ ਮੇਰ ਹਾਂਜੀ ਮਾਲੋ ਮੇਰ ਮਾਲ ਮੇਰਾ ਬਾਕੀ ਡੱਲੇ ਕੀ ਵੀ ਹੈ ਸਨ ਉੱਥੇ ਮੈਂ ਇੱਕ ਪ੍ਰੋਗਰਾਮ ਕੀਤਾ ਵੇ, ਚੇਲੇ ਕੀ ਵੀ ਹੈ ਸਨ ਹਾਂ ਸਹੀ ਹੈ ਸਹੀ ਹਾਂ ਠੀਕ। ਇੱਥੇ ਹੈ ਤੇ ਮੇਲਾ ਲੱਗਦਾ ਸੀ ਆਪਣੇ ਪਿੰਡ 'ਚ ਕੋਈ ਮੇਲਾ ਉਸ ਵੇਲੇ ਹਾਂਜੀ ਸਤੋਗੀ ਹਾਂ ਮੇਲਾ ਲੱਗਦਾ ਸੀ ਕੋਈ ਮੇਲਾ ਲੱਗਦਾ ਹੈ ਅੱਛਾ ਆ ਦਰਬਾਰ ਦੇ ਬਾਬਾ ਛੱਡੀ ਦਾ ਅੱਛਾ ਉੱਥੇ ਲੱਗਦਾ ਹੈ ਠੀਕ ਹੈ ਉਦੋਂ ਵੀ ਲੱਗਦਾ ਹੈ ਉਦੋਂ ਲੱਗਦਾ ਸੀ ਉਦੋਂ ਵੀ ਉਹ ਉਦੋਂ ਵੀ ਲੱਗਦਾ ਸੀ ਹੁਣ ਵੀ ਲੱਗਦਾ ਜੀ ਹਾਂ ਅੱਛਾ ਹੁਣ ਵੀ ਮੇਲਾ ਹੁੰਦਾ ਤੇ ਉਹ ਵੀ ਲੋਕ ਮੰਨਦੇ ਸਨ ਬਾਬੇ ਨੂੰ ਉਹ ਵੀ ਚੜਾਵੇ ਚੜੂਵੇ ਮੰਨਦੇ ਹਨ ਅੱਛਾ ਮੰਨਦੇ ਹਨ ਤੇ ਤਾਂ ਲੋਕ ਆਉਂਦੇ ਹਨ ਹੂੰ ਬਾਬਾ ਜੀ ਸਾਨੂੰ ਨਾ ਇੰਡੀਆ ਤੋਂ ਆਈ ਇੱਕ ਰਿਕੁਐਸਟ ਜਿਹੜੇ ਇਸ ਪਿੰਡ ਦੇ ਸਿੱਖ ਉਸ ਵੇਲੇ ਉੱਠ ਕੇ ਉਧਰ ਗਏ ਇੰਡੀਆ ਦੇ ਵਿੱਚ ਹਾਂ ਉਹ ਇਸ ਵੇਲੇ ਬੈਠੇ ਨੇ ਜੀ ਪਿੰਡ ਦਾ ਨਾਮ ਹੈ ਮਾਲਕਪੁਰ ਜਲੰਧਰ ਤੋਂ ਨਕੋਦਰ ਰੋਡ ਤੇ ਪਿੰਡ ਆਬਾਦ ਸਰਹੰਦ ਸ਼ਰੀਫ ਫਤਿਹਗੜ੍ਹ ਹਾਂ। ਪੀਰ ਮੁਜੱਦਦ ਅਲ ਅਫਸਾਨੀ ਸਰਹੰਦ ਸ਼ਰੀਫ ਠੀਕ ਹੈ ਜੀ ਉੱਥੇ ਆਬਾਦ ਨੇ
ਹਾਂ ਤੇ ਸਾਨੂੰ ਜਿਨ੍ਹਾਂ ਨੇ ਰਿਕੁਐਸਟ ਕੀਤੀ ਉਹਨਾਂ ਦਾ ਨਾਮ ਹੈ ਜੀ ਸਰਦਾਰ ਗੁਰਵਿੰਦਰ ਸਿੰਘ ਸਾਹੀ, ਉੱਚੇ ਨਾਲ ਆ ਨਾ ਜਿਨ੍ਹਾਂ ਨੇ ਸਾਨੂੰ ਇੱਥੇ ਘੱਲਿਆ ਨਾ ਜਾਂ ਜਿਨ੍ਹਾਂ ਦੇ ਕਹਿਣ ਤੇ ਅਸੀਂ ਆਏ, ਹਾਂ ਉਹਨਾਂ ਦਾ ਨਾਮ ਹੈ ਸਰਦਾਰ ਗੁਰਵਿੰਦਰ ਸਿੰਘ ਸਾਹੀ। ਠੀਕ ਉਹਨਾਂ ਦੇ ਦਾਦਾ ਜਾਨ ਦਾ ਨਾਮ ਸੀ ਉਜਾਗਰ ਸਿੰਘ ਸਾਹੀ। ਜਾ ਉਹ 47 ਜਦੋਂ ਹੋਈ ਨਾ, ਉਹਦੇ ਤੋਂ ਕੋਈ 10-12 ਸਾਲ ਪਹਿਲੇ ਜੰਡੂ ਸਾਈਆਂ ਤੋਂ ਉੱਠ ਕੇ ਆਏ ਸਨ। ਇਹ ਤੁਹਾਨੂੰ ਯਾਦ ਹੈ ਆਹੋ। ਜਿਹੜੇ ਉੱਥੋਂ ਆਏ ਸਨ ਜੰਡੂ ਸਾਈਆਂ ਤੋਂ ਉੱਠ ਕੇ? ਉਜਾਗਰ ਸਿੰਘ, ਮੋਹਿੰਦਰ ਸਿੰਘ, ਜੱਸਾ, ਹਾਂ। ਬਲਵੰਤ ਸਿੰਘ। ਹਾਂ ਤੇ ਇਹਨਾਂ ਬਾਰੇ ਦੱਸੋ ਕੀ ਕੁਝ ਤੁਸੀਂ ਜਾਣਦੇ ਹੋ, ਕਿਸ ਤਰ੍ਹਾਂ ਦੇ ਬੰਦੇ ਸਨ? ਇਹ ਬੰਦੇ ਠੀਕ ਠਾਕ ਸਨ। ਠੀਕ ਠਾਕ ਸਨ। ਹਾਂ। ਠੀਕ ਹੈ। ਤੇ ਇਹਨਾਂ ਦਾ ਖੂਹ ਸੀ ਰੋਈ ਵਾਲਾ ਖੂਹ? ਇਹਨਾਂ ਦਾ ਹਾਂ। ਰੋਈ ਵਾਲਾ। ਅੱਛਾ ਹਾਂਜੀ ਅੱਛਾ ਰੋਈ ਵਾਲਾ ਤੇ ਪੱਕਾ ਅੱਛਾ ਪੱਕਾ ਪੱਕਾ ਖੂਹ ਸੀ ਉਹ? ਹਾਂ ਤੇ ਬੇਰੀ ਵਾਲਾ। ਹਾਂ ਠੀਕ ਹੈ। ਹਾਂ ਬਿਲਕੁਲ ਬੇਰੀ ਵਾਲਾ। ਹਾਂ ਬੇਰੀ ਵਾਲਾ। ਹਾਂ ਤੇ ਇਹ ਇੱਥੇ ਆ ਜਿਹੜਾ ਕਾਸੀ ਵਾਲਾ ਕਾਫੀ ਵਾਲਾ ਜਿਹੜਾ ਉਹਦਾ ਆ ਜਿਹੜਾ ਜਿੱਥੇ ਪਠਾਨ ਹੁੰਦੇ ਨੇ ਉਹ ਰੋਈ ਵਾਲਾ ਹਾਂ ਉਹ ਰਹਿੰਦਾ। ਇੱਕ ਪਿੱਪਲ ਵਾਲਾ ਵੀ ਖੂਹ ਸੀ, ਹਾਂ। ਉਹਨਾਂ ਦੱਸਿਆ ਕਿ ਪਿੱਪਲ ਵਾਲਾ ਖੂਹ ਸੀ ਆਹੋ ਪਿਪਲਾ ਪਿੰਡ ਅੱਛਾ। ਨਾਲ ਹੀ ਨਾਲ ਹੀ ਪਿਪਲਾ ਤੇ ਬਾਬਾ ਜੀ ਉਜਾਗਰ ਸਿੰਘ ਸਾਹੀ ਤੁਸੀਂ ਦੇਖਿਆ? ਹੈ ਉਜਾਗਰ ਸਿੰਘ ਵੇਖਿਆ ਤੁਸੀਂ? ਆਹੋ ਅੱਛਾ ਠੀਕ ਹੈ। ਤੇ ਇਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਘਰ ਸੀ ਉਹ ਪਿੰਡ ਦੇ ਵਿਚਕਾਰ ਸੀ। ਪਿੰਡ ਦੇ ਵੀ ਘਰ ਸੀ। ਹਾਂਜੀ। ਹਾਂਜੀ ਤੇ ਤੁਸੀਂ ਨਿਸ਼ਾਨਦੇਹੀ ਕਰ ਸਕਦੇ ਇਹਨਾਂ ਦਾ ਘਰ ਕਿੱਥੇ ਕਰਕੇ ਸੀ? ਕਿਹਨਾਂ ਦਾ? ਇਹ ਉਜਾਗਰ ਸਿੰਘ ਦਾ ਜਿਹੜੇ ਜੰਡੂ ਸਾਈਂ ਤੋਂ ਉੱਠ ਕੇ ਆਏ ਉਜਾਗਰ ਸਿੰਘ ਸਨ। ਦਾ? ਹਾਂ ਉਹ ਤੇ ਇੱਥੇ ਵਿੱਚ ਕਰਕੇ ਹੀ ਹਾਂ ਬਿਲਕੁਲ ਵਿੱਚ ਕਰਕੇ ਪਿੰਡ ਦੇ ਵਿਚਕਾਰ ਉਹਨਾਂ ਨੇ ਵੈਸੇ ਹੀ ਦੱਸਿਆ। ਵਿੱਚ ਕਰਕੇ ਅੱਛਾ ਠੀਕ ਹੈ। ਇਸ ਵੇਲੇ ਤੁਸੀਂ ਦੱਸ ਸਕਦੇ ਹੋ ਆ ਬੰਦੇ ਤੁਹਾਡੇ ਪਿੰਡ ਦੇ ਸੁਣਨ ਦੇ ਨੇ, ਹਾਂ। ਅਸੀਂ ਉਸ ਗਲੀ ਦਾ ਵੀ ਵਿਊ ਲੈਣਾ ਵੀ ਉਸ ਘਰ ਦਾ ਵੀ। ਠੀਕ ਹੈ। ਤੇ ਦੱਸੋ ਇਹਨਾਂ ਨਿਸ਼ਾਨਦੇਹੀ ਕਰਾਓ ਇਸ ਵੇਲੇ ਉਹਨਾਂ ਘਰਾਂ ਵਿੱਚ ਕਿਹੜੇ ਲੋਕ ਆਬਾਦ ਨੇ? ਵਿੱਚ ਕਰਕੇ ਜੇ ਉਹ ਕਿੱਥੇ ਕਰਕੇ ਸੀ ਭਲਾ? ਹਾਂ ਉੱਥੇ ਕੌਣ ਰਹਿੰਦਾ ਉੱਥੇ ਹੁਣ? ਹੁਣ ਉਹ ਟੈਟੂ ਗਏ ਨੇ ਵਿੱਚ ਉੱਥੇ ਰਹਿੰਦਾ ਕੌਣ? ਉੱਥੇ ਕਿਹੜਾ ਰਹਿੰਦਾ ਬੰਦਾ ਆ ਤੇਰੇ ਨਾਲ? ਹਾਂ ਘਰ ਨਹੀਂ ਰਹੇ ਲੇਕਿਨ ਜਗ੍ਹਾ ਤੇ ਉਹੀ ਹੈ ਨਾ। ਜਾਗਰ ਸਿੰਘ ਹਾਂ ਉਹ ਸਾਰਿਆਂ ਦੇ ਇਕੱਠੇ ਸਨ ਉੱਥੇ। ਅੱਛਾ ਇਕੱਠੇ ਹੀ ਸਨ। ਉਹ ਜਾਗਰ ਸਿੰਘ ਦੇ ਸਾਰਿਆਂ ਦੇ ਇਕੱਠੇ ਸਨ। ਚੀਜ਼ ਮਹਿਰ ਕਰਨੀ ਹੁੰਦੇ ਹਾਂ ਠੀਕ ਹੈ ਠੀਕ ਹੈ। ਤੇ ਬਾਬਾ ਜੀ ਜਾਗਰ ਸਿੰਘ ਦੇ ਦੋ ਭਤੀਜਿਆਂ ਦੇ ਨਾਮ ਵੀ ਸਾਡੇ ਕੋਲ ਆਏ, ਜਿਨ੍ਹਾਂ ਵਿੱਚ ਇੱਕ ਦਾ ਨਾਮ ਹਵੇਲਾ ਸਿੰਘ ਸੀ, ਅੱਛਾ ਇੱਕ ਬੇਲਾ ਸਿੰਘ ਸੀ, ਹਾਂ। ਇੱਕ ਸੋਹਣ ਸਿੰਘ ਸੀ। ਉਹ ਇੱਥੇ ਦੇ ਆ। ਅੱਛਾ ਉਹਨਾਂ ਦੇ ਘਰ ਇਸ ਪਾਸੇ? ਹਾਂ ਇੱਥੇ ਆ। ਹਾਂ। ਹਾਂ ਡੇਰਾ ਉਹਨਾਂ ਦਾ ਹੈ ਕੱਕੇ ਵਾਲਾ। ਕੱਕੇ ਵਾਲਾ ਖੂਹ? ਹਾਂ। ਅੱਛਾ ਕੱਕੇ ਵਾਲਾ ਡੇਰਾ ਸੀ ਉਹਨਾਂ ਦਾ। ਹਾਂ ਤੇ ਇਹ ਉਜਾਗਰ ਸਿੰਘ ਦੇ ਭਤੀਜੇ ਸਨ। ਹਾਂ। ਮੇਰਾ ਖਿਆਲ ਹੈ ਸਾਈ ਜੱਟ ਇਹ ਹੀ ਸਨ ਜਿਹੜੇ ਜੰਡੂ ਸਿੰਘ ਤੋਂ ਉੱਠ ਕੇ ਆਏ ਸਨ, ਹਾਂ। ਬਾਕੀ ਵਿਰਕ ਲੋਕ ਹੀ ਬਾਦ ਸਨ। ਹਾਂ ਬਿਲਕੁਲ। ਠੀਕ ਹੈ। ਬੰਦਾ ਕੋਈ ਹਾਂ ਜਿਹੜਾ ਦਲੀਪ ਲੀਕ ਵਾਲਾ ਸੀ ਉਹਦਾ ਭਰਾ ਕਿਹੜੇ ਹਨ? ਹੈ ਉਹ ਕਾਲੂ ਹੁਣੀ ਜਿਹੜੇ ਹਨ ਕਾਲਾ ਸਿੰਘ ਕੇ ਕਾਲਾ ਸਿੰਘ ਕੇ ਹਾਂ। ਉਹ ਇੱਥੇ ਹਨ। ਉਹਨਾਂ ਦਾ ਡੇਰਾ ਕਿਹੜਾ ਹੈ? ਉਹਨਾਂ ਦਾ ਡੇਰਾ ਆ ਹੈ ਕਾਲਾ ਡੇਰਾ ਸੀ ਉਹਨਾਂ ਦਾ ਆਹੋ ਤੇ ਕਾਲੂ ਵਾਲਾ ਕੋਈ ਇਹ ਕਾਲਾ ਸਿੰਘ ਦਾ ਇਹ ਹੀ ਡੇਰਾ। ਅੱਛਾ ਠੀਕ ਹੈ। ਇਹ ਜਿਹੜਾ ਪਿੱਪਲ ਵਾਲਾ ਖੂਹ ਸੀ ਹਾਂ ਇਹਦਾ ਮਾਲਕ ਕੌਣ ਸੀ? ਹਾਂ ਪਿੱਪਲ ਵਾਲੇ ਖੂਹ ਤੇ ਪਿੱਪਲ ਵਾਲੇ ਖੂਹ ਦਾ ਮਾਲਕ ਕਿਹੜਾ ਸੀ? ਪਿਪਲਾ ਦੇ ਖੂਹ ਦਾ ਹਾਂ ਉਹ ਪਤਾ ਯਾਰ ਉਹ ਮਤਲਬ ਉਹਦੇ ਨਾਲ ਕਿਛੂ ਹੋਈ। ਹਾਂ ਪਿਪਲਾ ਜਿਹੜਾ ਸੀ ਉਹਦੇ ਨਾਲ ਕਿਛੂ ਹੋਈ ਤੇ ਇੱਕ ਨਾਲ ਬੇਲੀ ਸੀ। ਅੱਛਾ ਹੈ ਜੀ। ਹਾਂ ਤੇ ਉਹ ਨਿੱਕਾ ਜਿਹੜਾ ਉਹਦੇ ਨਾਲ ਪਤਾ ਨਹੀਂ ਤਰੇ ਭਰਾ ਹਨ। ਤਰੇ ਭਰਾ ਵੱਡਾ ਸਨ। ਜਿਹੜਾ ਸੀ ਉਹ ਕਿਛੂ ਹੋਈ ਪਿੱਛੋਂ ਠੀਕ ਪਿਪਲਾ ਦੇ ਡੇਰੇ। ਬੱਲੇ ਬੱਲੇ ਵਾਹ ਜੀ ਵਾਹ, ਬੜੀ ਗੱਲ ਹੈ ਬਾਬਾ ਜੀ। ਹਾਂ 71-72 ਸਾਲ ਹੋ ਗਏ ਤੁਸੀਂ ਇਹ ਸਾਰੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ, ਹਾਂ ਛੋਟੀ ਗੱਲ ਨਹੀਂ। ਹਾਂ ਅੱਛਾ ਬਾਬਾ ਜੀ ਹਿੰਦੂ ਖੱਤਰੀ ਵੀ ਹੈ ਸਨ ਤੁਹਾਡੇ ਪਿੰਡ 'ਚ? ਹੈ ਜੀ। ਹਿੰਦੂ ਖੱਤਰੀ ਲੋਕ? ਖੱਤਰੀ ਹੈ। ਅੱਛਾ ਉਹ ਕਿੰਨੇ ਘਰ ਸਨ? ਖੱਤਰੀਆਂ ਦੇ ਹੂੰ ਖੱਤਰੀਆਂ ਦੇ ਮੇਰਾ ਖਿਆਲ ਹੈ ਕੋਈ 5-6 ਘਰ ਛਾਤਾ ਹੈ। 5-7 ਘਰ ਹੈ ਸਨ। ਹਾਂ। ਨਾਂ ਯਾਦ ਹੈ ਕਿਸੇ ਦਾ? ਆਹੋ ਅੱਛਾ। ਬਰਕਤ ਸ਼ਾਹ, ਬਰਕਤ ਸ਼ਾਹ। ਰੂੜੇ ਸ਼ਾਹ, ਹੂੰ ਗੁਰੇ ਸ਼ਾਹ, ਉਹ ਬੱਲੇ। ਸੰਤੂ ਸ਼ਾਹ। ਹਾਂ ਹੈ ਜੀ। ਹਾਂ ਚਾੜੀ ਵਾਲੀ ਬਾਬੇ ਨੇ ਭਾਈ ਹਾਂ ਇਹ ਘਰ ਉਹਨਾਂ ਦੇ ਪੰਜ। ਅੱਛਾ ਅੱਛਾ। ਤੇ ਕੀ ਕੰਮ ਕਾਜ ਸੀ ਉਹਨਾਂ ਦਾ? ਦੁਕਾਨਦਾਰੀ? ਉਹ ਜੀ ਮਾਲਦਾਰ ਆਦਮੀ ਸਨ। ਸ਼ਾਹੂਕਾਰਾ ਕਰਦੇ ਸਨ। ਮਾਲਦਾਰ ਆਦਮੀ ਹਾਂ। ਅੱਛਾ ਤੈਨੂੰ ਪੈਸੇ ਦੇਹੜੇ ਨੇ, ਵਿਆਜ ਤੇ? ਠੀਕ ਹੈ। ਤੈਨੂੰ ਪੈਸੇ ਦੇਹੜੇ ਨੇ। ਹੂੰ ਜਿੱਦਣ ਦਾ ਬੋਲ ਬਹਿਣਾ ਉਦੋਂ ਤੂੜੀ ਵੀ ਤੇ ਦਾਣੇ ਸਭ ਕੁਝ ਲੈ ਉਹਨਾਂ ਲੈ ਜਾਣਾ। ਜਾਣਾ। ਠੀਕ ਹੈ ਉਹ ਠੀਕ। ਉਠਣ ਨਹੀਂ ਹਨ ਦਿੰਦੇ। ਹਾਂਜੀ ਗੱਲ ਹੈ। ਘੋੜੀ ਉਹਨਾਂ ਰੱਖੀ ਹੁੰਦੀ ਸੀ। ਅੱਛਾ ਘੋੜੀ
ਦਾਣੇ ਦੁਣੇ ਸਮਣ ਲਈ और घोड़ी दे तूड़ी दाने हर चीज ले आਉਂਦੇ। ਜੀ 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 को मालकां ਨੂੰ वो बचे ना बचे ਉਹਨਾਂ सब कुछ को ਉਹਨਾਂ ਆਪਣਾ ਲੈ ਜਾਣਾ ਮੈਂ आ खतरी लोग सन, ਅੱਛਾ 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 ਹਾਂਜੀ। ਠੀਕ ਹੈ। ਤੇ ਮਾਲਦਾਰ ਲੋਕ ਸਨ मालदार सन। ਠੀਕ ਹੈ ਠੀਕ ਸਭ ਤੋਂ ਬਹੁਤਾ ਰੁਪਈਆ ਉਸ ਵੇਲੇ ਕਿਹਦੇ ਕੋਲ ਸੀ ਹੈਂ? ਰੂੜੇ ਸ਼ਾਹ ਕੋਲ ਜਾਂ ਬਰਕਤ ਸ਼ਾਹ ਕੋਲ ਉਹ ਹੁੰਦਾ ਨਾ ਇੱਕ- ਬਰਕਤ ਸ਼ਾਹ ਕੋ ਨਹੀਂ ਹਨ। ਹਾਂ ਉਹ ਜਿਹੜਾ ਸੀ ਨਾ ਵੱਡਾ ਹੂੰ ਸੰਤੂ ਸ਼ਾਹ ਅੱਛਾ ਉਹਦੇ ਕੋਲ ਉਹਦੇ ਕੋਲ ਸਨ ਗੱਲੇਦਾਰ ਉਹ ਸੀ। ਅੱਛਾ 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 ਹਾਂਜੀ ਠੀਕ ਹੈ ਠੀਕ ਹੈ ਤੇ ਤੇ ਦੁਕਾਨ ਹੈ ਸੀ ਆਪਣੇ ਪਿੰਡ ਚ ਉਸ ਵੇਲੇ ਆ ਦੁਕਾਨ ਹੈ ਜੀ। ਠੀਕ। ਕੀ ਨਾਂ ਸੀ ਭਲਾ ਦੁਕਾਨਦਾਰ ਦਾ ਹੈ ਦੁਕਾਨਦਾਰ ਦਾ ਨਾਂ ਯਾਦ ਹੈ? ਆਹੋ ਕੀ ਨਾਂ ਸੀ ਉਹ ਰੂੜਾ ਰੂੜਾ ਅੱਛਾ ਦੁਕਾਨਦਾਰੀ ਉਹੀ ਕਰਦੇ ਸਨ ਆਹ। ਠੀਕ ਹੈ ਤੇ ਉਹ ਪਿੰਡ ਬਾਹਰ ਉਹ ਬਾਹਰ ਸੀ ਦੁਕਾਨ ਉਹਦੀ ਤੇ ਉੱਤੇ ਬੰਪਟੀ ਸੀ ਉਹ ਸਭ ਟਹਿ ਟੂ ਗਈ ਪਿੱਡੂ ਕਿਹੜੇ ਪਾਸੇ ਦੁਕਾਨ ਸੀ ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਦੁਕਾਨ ਸੀ ਹਾਂ। ਠੀਕ ਹੈ ਠੀਕ ਤੇ ਬਾਬਾ ਬਾਹਰ ਜੀ ਦੁਕਾਨ ਸੀ ਉਹਦੀ। ਸਾਰਾ ਕੁਝ ਮਿਲ ਜਾਂਦਾ ਸੀ ਹਾਂ ਖਾਣ ਪੀਣ ਦਾ ਜਿਹੜਾ ਪਰਚੂਨ ਦਾ ਹੁੰਦਾ ਵੇ ਬੜਾ ਮੋਟਾ ਹਾਂ ਹਾਂ ਅੱਛਾ ਸ਼ਹਿਰ ਤੁਹਾਨੂੰ ਉਸ ਵੇਲੇ ਕਿਹੜਾ ਲੱਗਦਾ ਸੀ ਸ਼ਹਿਰ ਕਿਹੜਾ ਲੱਗਦਾ ਸੀ ਤੁਹਾਨੂੰ ਸ਼ਾਇਦ ਦਸਕਾ ਦਸਕਾ ਤੁਸੀਂ ਕੱਪੜੇ ਕੁਪੜੇ ਲੈਣ ਲਈ ਵਿਆਹਾਂ ਸ਼ਾਦੀਆਂ ਤੇ ਤੁਸੀਂ ਉੱਥੇ ਜਾਣਾ ਦਸਕੇ ਜਾਣਾ ਹੈ ਮਸਲ ਸਿਆਲ ਕੋਲ ਜਾਣਾ ਜਿੱਥੇ ਮਰਜ਼ੀ ਜਾਓ। ਠੀਕ ਹੈ ਉਦੋਂ ਦਸਕੇ ਹੀ ਜਾਂਦੇ ਆ ਲੋਕ ਹੁਣ ਮੁੰਡੇ ਕੀ ਜਾਂਦੇ ਹੁਣ ਮੁੰਡੇ ਕੇ ਤੋਂ ਲੈਣ ਦੇਣਾ ਸੀ। ਆ ਤੂੰ ਤੇ ਜੀ ਸ਼ਹਿਰ ਬਣੇ ਪਏ ਨੇ ਤੁਹਾਡੇ ਕੋਲ ਹੀ ਠੀਕ ਹੈ ਠੀਕ ਬਾਬਾ ਜੀ ਤੁਸੀਂ ਵਿਆਹ ਸ਼ਿਆ ਖਾਦਾ ਉਸ ਦੌਰ ਦਾ ਹਾਂਜੀ ਵਿਆਹ ਸ਼ਿਆ ਖਾਦਾ ਉਸ ਦੌਰ ਦਾ ਕੋਈ ਵੇਖਿਆ ਹਾਂ ਅੱਛਾ ਸੁਣਾਓ ਗੱਲ ਉਸ ਵੇਲੇ ਕੀ ਕੀ ਤਰੀਕਾਕਾਰ ਸੀ ਮੈਂ ਸੁਣਿਆ ਪੈਦਲ ਜੰਜਾਂ ਜਾਂਦੀਆਂ ਸਨ ਹੈ ਜੰਜਾਂ ਜਿਹੜੀਆਂ ਪੈਦਲ ਜਾਂਦੀਆਂ ਸਨ ਪੈਦਲ ਅੱਛਾ ਤੇ ਫਿਰ ਰਾਤ ਵੀ ਰਹਿਣਾ ਤੁਰ ਕੇ ਜਾਣਾ ਤੇ ਰਾਤ ਰਹਿਣਾ। ਹਾਂ ਠੀਕ ਹੈ ਹਾਂਜੀ ਅੱਛਾ ਤੇ ਖਾਣ ਪੀਣ ਨੂੰ ਕੀ ਕੁਝ ਹੁੰਦਾ ਸੀ ਖਾਣ ਪੀਣ ਨੂੰ ਮਤਲਬ ਪੇ ਉਦੋਂ ਚੌਲ ਮਤਲਬ ਮਿੱਠੇ ਲੂਣੇ ਅੱਛਾ ਹੈ ਜੀ ਗੋਸ਼ਤ ਮਾੜਾ ਮੋਟਾ ਹੋਣਾ ਹੂੰ ਇਹ ਗੋਸ਼ਤ ਨਹੀਂ ਜੀ ਜੀ ਇਹ ਗੋਸ਼ਤ ਨਹੀਂ ਅੱਛਾ ਅੱਛਾ ਇਹ ਤੇ ਹੁਣ ਕਿਸੇ ਦੀ ਸ਼ਾਦੀ ਹੋਵੇ ਤੇ ਗੋਸ਼ਤ ਦਾ ਫੜ ਕੇ ਟਾਕੇ ਲਾ ਹਾਂ ਹਾਂ ਹੈ ਜੀ 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 ਬਿਲਕੁਲ ਠੀਕ ਬਿਲਕੁਲ ਠੀਕ ਹਾਂ। ਅੱਛਾ ਜੀ ਅੱਛਾ ਬਾਬਾ ਜੀ ਤੁਹਾਡਾ ਘਰ ਸੀ ਜਿਹੜਾ ਉਹ ਪਿੰਡੂ ਕਿਹੜੇ ਪਾਸੇ ਸੀ ਉਹਦੇ ਵਿੱਚ ਪਿੰਦੇ ਸੀ ਤੁਹਾਡਾ ਘਰ ਉਹਨਾਂ ਸਿੱਖਾਂ ਦੇ ਨਾਲ ਹੀ ਆ ਉਜਾਗਰ ਸਿੰਘ ਹੋਰਾਂ ਦੇ ਘਰਾਂ ਦੇ ਨਾਲ ਘਰ ਸੀ ਤੁਹਾਡਾ ਆਹੋ। ਅੱਛਾ ਉਹ ਅੱਛਾ ਸਦਾਗਰ ਸਿੰਘ ਦੇ ਨਾਲ ਹੀ ਅੱਛਾ ਅੱਛਾ ਤੇ ਉਜਾਗਰ ਹੁਣ ਅਸੀਂ ਉੱਥੋਂ ਤੁਰ ਗਏ ਆ ਬਾਹਰ ਫਿਰਨੀ ਤੇ ਉਜਾਗਰ ਸਿੰਘ ਅੱਛਾ ਹੁਣ ਬਾਹਰ ਤੁਸੀਂ ਟੁਰ ਗਏ ਹੋ। ਉਹ ਬਾਹਰ ਫਿਰਨੀ ਤੇ ਤੁਰ ਗਏ। ਠੀਕ ਹੈ ਠੀਕ ਹੈ ਤੇ ਬਾਬਾ ਵਧੀਆ ਵਸੇਬਾ ਸੀ ਆਪਸ ਦੇ ਵਿੱਚ ਉਸ ਵੇਲੇ ਹਾਂ ਅੱਛਾ ਤੇ ਇੱਕ ਦੂਸਰੇ ਨੂੰ ਲੋਕ ਸ਼ਾਦੀਆਂ ਤੇ ਬੁਲਾਉਂਦੇ ਸਨ ਹਾਂ ਬੁਲਾਣੇ ਨੇ ਹਾਂ ਹਾਂ ਤੁਹਾਨੂੰ ਯਾਦ ਹੈ ਤੁਸੀਂ ਕਿਹੜੇ ਸਿੱਖ ਦੀ ਸ਼ਾਦੀ ਤੇ ਗਏ ਸੋ ਵਿਆਹ ਤੇ ਗਏ ਸੋ ਉਹ ਰਾਜੇ ਜੀ ਹੈ ਉਹ ਮਾਇਆ ਪਿੰਡ ਚ ਸ਼ਿੰਗਾਰਾ ਸਿੰਘ ਜੀ ਤੇ ਗਏ ਆ ਸ਼ਿੰਗਾਰਾ ਸਿੰਘ ਦੀ ਸ਼ਾਦੀ ਹੋਈ ਹਾਂ ਘੋੜੀਆਂ ਤੇ ਘੋੜੀਆਂ ਤੇ ਅੱਛਾ ਬਾਬਾ ਜੀ ਤੁਸੀਂ ਦੱਸਿਆ ਤੁਸੀਂ ਗਏ ਸ਼ਿੰਗਾਰਾ ਸਿੰਘ ਦੀ ਸ਼ਾਦੀ ਤੇ ਗਏ ਘੋੜੀਆਂ ਤੇ ਗਏ ਘੋੜੀਆਂ ਸਾਰੀ ਜਾਂਜੀ ਘੋੜੀਆਂ ਤੇ ਗਏ ਘੋੜੀਆਂ ਤੇ ਬੱਲੇ ਬੱਲੇ ਆ ਬੜੀ ਵੱਡੀ ਗੱਲ ਜੇ ਉਸ ਵੇਲੇ ਘੋੜੀਆਂ ਤੇ ਜਾਣਾ ਕਿਉਂਕਿ ਉਸ ਵੇਲੇ ਲੋਕ ਪੈਦਲ ਜਾਂਦੇ ਸਨ ਛਿੱਛਰ ਵਾਲੀ ਇਹ ਫਸਰੂਰ ਦੇ ਕੋਲ ਉੱਥੇ ਗਏ ਹਾਂ ਅੱਛਾ 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 ਹਾਂ। ਠੀਕ ਹੈ ਠੀਕ ਹੈ। ਅੱਛਾ ਬਾਬਾ ਜੀ ਜਦੋਂ ਉਹ 47 ਆਈ ਏ ਇਹਨਾਂ ਸਿੱਖਾਂ ਨੂੰ ਪਤਾ ਹੀ ਕਿ ਇੱਕ ਵਕਤ ਇੱਕ ਟਾਈਮ ਐਸਾ ਆਣਾ ਵੇ ਸਾਨੂੰ ਇਹ ਪਿੰਡ ਸੱਤੋ ਕੇ ਛੱਡ ਕੇ ਜਾਣਾ ਪੈਣਾ ਵੇ ਇਹ ਸਾਡਾ ਦੇਸ਼ ਨਹੀਂ ਰਹਿਣਾ ਇਹਦੇ ਬਾਰੇ ਕੀ ਕੁਝ ਜਾਣਦੇ ਸਨ ਬਿਲਕੁਲ ਜਾਣਦੇ ਜਾਣਦੇ ਸਨ ਅੱਛਾ ਇੱਥੋਂ ਦਾ ਸਿੱਖ ਜੀ ਬੇਰੀ ਵਾਲੇ ਖੂਹ ਦਾ ਅੱਛਾ ਨਾਂ ਕੀ ਸੀ ਖੇੜਾ ਸਿੰਘ ਖੇੜਾ ਸਿੰਘ ਅੱਛਾ ਹੂੰ ਖੇੜਾ ਸਿੰਘ ਸੀ ਹੂੰ ਉਹ ਮੈਂਬਰ ਸੀ ਅੱਛਾ ਉਹ ਚਲੋ ਸਾਡਾ ਮੈਂਬਰ ਸੀ ਨਵਾਬ ਮੈਂਬਰ ਹੂੰ ਹਾਂਜੀ ਉਹ ਵੀ ਠੀਕ ਠਾਕ ਸੀ। ਅੱਛਾ ਉਹ ਹੀ ਨਾਲ ਹੂੰ ਇਹਨਾਂ ਦੋਵਾਂ ਨੇ ਮਾਲਤਾ ਕੀਤਾ ਹੂੰ ਜਦੋਂ ਆ ਤੇ ਗੱਲ ਆ ਗਈ ਅੱਛਾ ਰਾਤ ਨੂੰ ਇੱਥੇ ਪਿੱਪਲ ਹੁੰਦਾ ਸੀ ਬੜਾ ਤਗੜਾ ਹੂੰ ਇੱਥੇ ਰਾਤ ਨੂੰ ਕੱਟ ਹੋਇਆ ਹੂੰ ਆਖਣ ਲੱਗੇ ਵੀ ਨਾ ਤੁਹਾਂ ਕਿਸੇ ਨੂੰ ਛੇੜਨਾ ਅੱਛਾ ਤੇ ਨਾ ਆਹ ਛੇੜਨਾ ਹਾਂ ਚਾਰ ਬੰਦੇ ਤੁਹਾਡੇ ਉੱਤੋਂ ਆਉਣ ਕਰਨ ਤੇ ਚਾਰ ਬੰਦੇ ਸਾਡੇ ਇੱਥੋਂ ਜਾਣ ਕਰਨ ਹਾਂ ਪੈਰੇ ਪੈਰਾ ਅੱਛਾ ਪੈਰਾ ਲੱਗਣਾ ਸ਼ੁਰੂ ਹੋ ਗਿਆ ਆਹ ਹੂੰ ਪੈਰਾ ਲੱਗਣਾ ਸ਼ੁਰੂ ਹੋ ਗਿਆ ਤੇ ਆਹ ਲੋਕਾਂ ਰੰਬੇ
ਛੰਬੇ ਚੰਡਾਲ ਹੈ ਅੱਛਾ ਤੇ ਸਾਡਾ ਇੱਕ ਚੌਂਕੀਦਾਰ ਸੀ ਗੱਭਰੂ ਸੀ ਵਾਵਾ ਚੌਂਕੀਦਾਰ ਸੀ ਗੱਭਰੂ ਜੀ ਅਸੀਂ ਹੋ ਰਹੇ ਹਾਂ ਤੇ ਉਹ ਡਾਂਗਾ ਨੂੰ ਨਾ ਮਾਇਆ ਬਰਸ਼ੀਆਂ ਲਵਾ ਲਈ ਅੱਛਾ ਬਰਸ਼ੀਆਂ ਲਵਾ ਲਈ ਉਹ ਅਸੀਂ 4-5 ਬੰਦੇ ਗਏ ਨਾ ਬਰਸ਼ੀਆਂ ਲੈ ਕੇ ਇਹ ਤਲਾਏ ਨਾ ਅੱਛਾ ਤੇ ਸਾਨੂੰ ਫੜ ਕੇ ਆਖਣ ਲੱਗੇ ਇਹ ਬਰਸ਼ੀਆਂ ਸਾਨੂੰ ਮਾਰਨੀਆਂ ਜੀ ਅੱਛਾ ਇਹ ਸਾਨੂੰ ਮਾਰਨੀਆਂ ਨੇ ਬਰਸ਼ੀਆਂ ਆ ਚਲਾ ਕੇ ਨਾ ਆਇਆ ਇਹ ਤਾਂ ਅੱਛਾ ਅੱਛਾ ਬਿਹਾਰੇ ਹੋਈ ਤੁਹਾਨੂੰ ਕਹਿਣ ਲੱਗੇ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਰਦਾਰ ਸਨ ਜਿਹੜੇ ਸਾਡੇ ਪਿੰਡ ਦੇ ਅੱਛਾ ਨਾ ਆਹ ਕਿ ਨਹੀਂ ਆਉਂਦੇ ਠੀਕ ਆਹ ਹੈ ਜਾ ਕੇ ਦੱਸਿਆ ਭਈ ਆਪਣੇ ਨੰਬਰ ਨੂੰ ਤੇ ਸਾਨੂੰ ਇਹ ਗੱਲ ਆਖੀ ਵੀ ਤੁਹਾਂ ਬਰਸ਼ੀਆਂ ਸਾਨੂੰ ਮਾਰਨੀਆਂ ਨੇ ਹੈ ਜੀ ਅੱਛਾ ਤੇ ਉਹਨਾਂ ਦਾ ਖੇੜਿਆ ਅੱਛਾ ਆਖਣ ਲੱਗੇ ਨਾ ਜਾਏ ਹਾਂ ਇੱਥੇ ਜਾਰਾ ਹੁੰਦਾ ਇਹ ਦੈਦਾਂ ਵਾਲਾ ਖੂਹ ਹੈ ਜਾਰਾ ਜਾਰਾ ਉਹ ਸਿੱਖ ਸੀ ਸਿੱਖ ਜੀ ਦਾ ਬੜਾ ਉਤਰਾ ਅੱਛਾ ਅਸੀਂ ਕੋਈ ਤੇ ਖਰਾਜ ਨਾ ਕਰ ਦਿਹਾੜੇ ਨੰਗੇ ਨਾ ਅੱਛਾ ਤੇ ਦੋ ਬੰਦੇ ਸੀ ਨਾ ਪੱਠੇ ਲੈਣ ਗਏ ਜੀ ਜੀ ਪੱਠੇ ਲੈਣ ਗਏ ਜੀ ਜੀ ਉਸੇ ਕਮਾਦ ਸੀ ਅੱਛਾ ਕਮਾਦ ਦੇ ਵਿੱਚ ਵੜ ਗਏ ਹਾਂ ਕਮਾਦ ਦੇ ਵਿੱਚ ਵੜ ਗਏ ਤੇ ਵੇਲੀ ਐਸਾ ਚਾਰ ਚਪੇਰੇ ਵੇਲੀ ਤੇ ਨਾਂਗਾ ਉਹ ਪੜਿਓ ਜੀ ਤਵੇ ਪਾਏ ਉਹਨਾਂ ਤੇ ਵੇਲੀ ਭਰ ਕੱਢੀ ਅੱਛਾ ਅਸੀਂ ਉਹ ਸੁਣਦੇ ਰਹੇ ਹਾਂ ਹਾਂ ਆਹ ਪੱਠੇ ਛੋਟੇ ਤੇ ਕੋਨਾ ਲੱਗੇ ਹਾਂ ਹਾਂ ਅਸੀਂ ਡੋਲ ਹੀ ਉਥੋਂ ਨਿਕਲ ਆਏ ਹਾਂ ਨਿਕਲ ਕੇ ਤੇ ਆ ਕੇ ਆਪਣੇ ਲੱਭਣ ਨੂੰ ਦੱਸਿਆ ਤੇ ਅੱਛਾ। ਬੜਾ ਬੰਦੋਬਸਤ ਹੋ ਗਿਆ ਆਪਣਾ ਚਾਰਾ ਕਰ ਲਓ ਹਾਂ ਚਾਰਾ ਕਰ ਲਓ ਅੱਛਾ ਉਹਨੇ ਆਖਿਆ ਠੀਕ ਹੈ ਹਾਂ ਬਾਹੀ ਉਥੋਂ ਸ਼ੁਰੂ ਹੋ ਗਿਆ ਕੰਮ ਓਏ ਹੋਏ ਹੈ ਜੀ ਸ਼ੁਰੂ ਹੋ ਗਿਆ ਵੇ ਸ਼ੁਰੂ ਹੋਇਆ ਜੇ ਖੜੀ ਤੇ ਚਲੋ ਲਾਪੇ ਉਹ ਇੱਥੇ ਗੋਲਨਵਾਜ ਹੁੰਦਾ ਸੀ ਚੌੜੀ ਗੋਲਨਵਾਜ ਠੀਕ ਅੱਛਾ। ਠਾਕ ਹਾਂ ਹਾਂ ਉਹਦੇ ਨਾਂ ਤਾਲਬ ਹੁਸੈਨ ਸੀ ਅੱਛਾ ਬੜਾ ਚੋਟੀ ਦਾ ਜਵਾਨ ਹਾਂ ਹਾਂ ਡਲੇਗੀ ਉਹਨਾਂ ਮਾਰ ਛੜਿਆ ਨੰਗਾ ਨੇ ਹਾਂ ਹਾਂ ਹੈ ਜੀ ਅੱਛਾ ਇਹ ਬੰਦਾ ਬਣਵਾਇਆ ਨਾ ਹੁਣ ਹੈ ਜੀ ਠੀਕ ਉਹ ਫੇ ਜਾ ਕੇ ਤੇ ਅੱਗ ਲਾ ਡਲੇਗੀ ਠੀਕ ਠੀਕ ਉਹਦੇ ਲੱਗੇ ਨਸਣ ਇਹ ਜਿਹੜੇ ਨੇ ਇਹ ਵੀ ਫੇਰ ਲੱਗੇ ਨਸਣ ਲਗਾ ਅੱਛਾ ਇੱਥੇ ਵੀ ਅਗੋ ਤਾਲ ਲਾ ਤੁਹਾਡੇ ਪਿੰਡ ਦੀ ਨਹੀਂ ਉਸ ਵੇਲੇ ਕੋਈ ਹੋਈ ਤੁਹਾਡੇ ਪਿੰਡ ਸਤੋਗੀ ਦੇ ਵਿੱਚ ਨਹੀਂ ਕੋਈ ਹੋਇਆ ਜਾਨੀ ਨੁਕਸਾਨ ਆ ਨਹੀਂ ਅੱਛਾ ਉਹ ਇੱਥੋਂ ਉਹ ਖੈਰ ਖਰੀਦ ਨਾਲ ਟੁਰ ਗਏ ਆ ਫੇਰ ਇੱਕ ਸੌ ਨਾ ਦੇ ਗਏ ਨੇ ਅੱਛਾ। ਜਿਹੜਾ ਕੋ ਕਾਬੂ ਆ ਗਿਆ ਉਹਨੂੰ ਮਾਰ ਛੜਿਆ ਜਿਹੜਾ ਨਹੀਂ ਆਇਆ ਉਹ ਨਿਕਲ ਗਿਆ ਅੱਛਾ ਅੱਛਾ ਇਸ ਤਰ੍ਹਾਂ ਹੋਇਆ ਠੀਕ ਠੀਕ ਫੇਰ ਜਾਂਦੇ ਸੀ ਲੱਭੇ ਫੇ ਪੱਠਾ ਪੈਰਾਂ ਦੇ ਵਿੱਚੋਂ ਹਾਲ ਕੋਈ ਖਿਆਲ ਨਹੀਂ ਜੀ ਕੋਈ ਵਿਰਲਾ ਰਹਿ ਗਿਆ ਇੱਥੇ ਜਿਹੜਾ ਨਹੀਂ ਜਾਣ ਜੋਗਾ ਉਹ ਰਹਿ ਗਿਆ ਅੱਛਾ ਅੱਛਾ ਇੱਥੋਂ ਫਿਰ ਕਿੱਧਰ ਨੂੰ ਗਏ ਹੋ ਕਿੱਥੇ ਇਕੱਠ ਹੋਇਆ ਸੀ ਇਹਨਾਂ ਦਾ ਕੈਂਪ ਉਹ ਜੀ ਪੀਰੋ ਚੱਕ ਉਹਨਾਂ ਦਾ ਨਾਂ ਹੈ, ਪੀਰੋ ਚੱਕ ਗਏ ਅੱਛਾ ਅੱਛਾ ਤੂੰ ਪੀਰੋ ਚੱਕ ਗਏ ਨੇ ਪੀਰੋ ਚੱਕ ਉਹਨਾਂ ਦਾ ਮਨਾਰ ਹਾਂ ਹਾਂ ਠੀਕ ਹੈ ਠੀਕ ਇਹ ਸਾਨੂੰ ਪੱਕਾ ਪਤਾ ਪੀਰੋ ਚੱਕ ਉਹਨਾਂ ਦਾ ਚੱਕ ਰਹਿ ਗਿਆ ਉਹ ਤਸਵੀਰ ਦੇ ਕੋਲ ਜਿਹੜਾ ਪਿੰਡ ਵੱਡਾ ਹਾਂ ਉੱਥੇ ਸਾਰੇ ਘੋੜੀ ਦੇ ਬਾਬੇ ਬਰਕਤ ਕੇ ਆ ਸੀ ਘੋੜੀ ਘੋੜੀ ਇਹ ਪਿੰਡ ਦਾ ਨਾਮ ਹੈ ਇਹ ਪਿੰਡ ਤੇ ਪੀਰੋ ਚੱਕੋਂ ਨਿਕਲ ਕੇ ਹੈਗਾ ਅੱਛਾ ਅੱਛਾ ਐਸਾ ਫਿਰ ਹਰਿਆਣੇ ਹਾਂ ਹਾਂ ਹਾਂਜੀ ਹਰਿਆਣੇ ਹੋ ਗਏ ਹਾਂਜੀ। ਫਸਰੋਲ ਉਹਨਾਂ ਦਾ ਕੰਮ ਬਣ ਗਿਆ ਅੱਛਾ ਅੱਛਾ ਠੀਕ ਹੈ ਜੀ 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 ਇਹ ਠੀਕ ਹਿਸਾਬ ਠੀਕ ਨਾਲ ਸੀ, ਕੋਈ ਨਹੀਂ ਰਿਹਾ ਠੀਕ ਹੈ ਸਹੀ ਹੈ ਸਹੀ ਹੈ ਸਹੀ ਤੇ ਤੁਹਾਡੇ ਪਿੰਡ ਕੋਈ ਐਸਾ ਘਰ ਰਹਿ ਵੀ ਗਿਆ ਸੀ ਉਹਨਾਂ ਵਿੱਚੋਂ ਸਿੱਖਾਂ ਚ ਕੋਈ ਜਿਹੜਾ ਨਹੀਂ ਜਾ ਹੋਇਆ ਉਹਦੇ ਕੋਲ ਸਾਰੇ ਟੁਰ ਗਏ ਇੱਕ ਨਹੀਂ ਇੱਕ ਵੀ ਨਹੀਂ ਰਿਹਾ ਜਿਹੜਾ ਰਿਹਾ ਉਹ ਮਾਰਿਆ ਗਿਆ ਅੱਛਾ ਉਹਨੂੰ ਮਾਰ ਛੱਡਿਆ ਹੂੰ ਕੋਈ ਜਨਾਨੀ ਰਹਿ ਗਈ ਤੇ ਕੋਈ ਵਡੇਰਾ ਰਹਿ ਗਿਆ ਹੂੰ ਉਹਨੂੰ ਮਾਰ ਛੱਡ ਜਿਹੜਾ ਦਿੱਤਾ ਟੋਰ ਨਹੀਂ ਸਕਿਆ ਉਹ ਰਹਿ ਗਿਆ ਇੱਥੇ ਮੁੰਡਾ ਤੇ ਜਿਹੜੀ ਉਹਨਾਂ ਦੀ ਮਾਲਦਾਰੀ ਸੀ ਡੰਗਰ ਹਾਂ ਜਿਹੜੇ ਇਹਨਾਂ ਦੇ ਆਪਣਾ ਮਾਲ ਸੀ ਡੰਗਰ ਸ਼ੰਗਰ ਇਸ ਨਾਲ ਰਹਿ ਕੇ ਖੁੱਲੇ ਇੱਥੇ ਹੀ ਅੱਛਾ ਇੱਥੇ ਰਹਿ ਗਏ ਲੋਕਾਂ ਖੋਲ ਖਾਲ ਲਿਆ ਉਹ ਖਾਂਦੇ ਸੀ ਇਹ ਜਦੋਂ ਅਮਨ ਜੈਨ ਹੋਇਆ ਹੂੰ ਤੇ ਬਿੰਬਰਾਂ ਨੇ ਨਾ
ਜਿਹੜੇ ਬੰਦਿਆਂ ਨੂੰ ਮਾਲ ਚਾਹੀਦਾ ਸੀ ਉਹਨਾਂ ਨੂੰ ਲੋਕਾਂ ਦੀਆਂ ਕੁੜੀਆਂ ਤੋਂ ਮਾਲ ਲੈ ਕੇ ਦਿੱਤਾ। ਜਿਹੜੇ ਉਧਰੋਂ ਆਏ ਮੁਸਲਮਾਨ, ਜਿਹੜੇ ਉੱਥੋਂ ਆਏ ਜਿਹੜੇ ਉਧਰੋਂ ਲੋਕ ਜਿਹੜੇ ਆਏ ਉਹਨਾਂ ਨੂੰ ਫਿਰ ਦਿੱਤਾ ਉਹਨਾਂ ਨੇ ਉਹਨਾਂ ਨੂੰ ਉਸ ਹਿਸਾਬ ਨਾਲ ਵੰਡ ਪਾ ਕੇ। ਡੰਗਰ ਬੱਚਾ ਲੈ ਬਾਬਾ ਜੀ ਇਹ ਤੁਹਾਡੇ ਇੱਥੇ ਪਿੰਡ ਦੇ ਵਿੱਚ ਨੇਕ ਮਾਸ਼ੇ ਝੂਰ ਇਹ ਵੀ ਘਰ ਹੈ ਸਨ ਪਿੰਡ 'ਚ? ਆਹੋ ਇਹ ਕਿੰਨੇ ਘਰ ਸਨ? ਦੋ ਇਹ ਵੀ ਟੁਰ ਗਏ ਉਹਨਾਂ ਦੇ ਨਾਲ ਹੀ? ਟੁਰ ਗਏ ਨਾ। ਅੱਛਾ, ਨਾਂ ਯਾਦ ਹੈ ਕਿਸੇ ਝੂਰ ਦਾ? ਗੂਗਲ ਆਂਦੇ ਨੇ, ਗੋਗਲ ਉਹਨੂੰ ਆਂਦੇ ਆ। ਗੋਗਲ। ਹਾਂ ਅੱਛਾ ਖੁਦ ਦੇ ਨਾਲ ਠੀਕ ਹੈ। ਬਾਬਾ ਜੀ ਕੋ ਵਾਪਸ ਪਰਤਿਆ 47 ਵੇਲੇ? 47 ਤੋਂ ਬਾਅਦ ਆਪਣਾ ਪਿੰਡ ਵੇਖਣ ਸਤੋਗੀ ਪਰਮਿਟ ਤੇ ਹਾਂ ਆਇਆ ਕੋਈ ਬੰਦਾ? ਆਇਆ ਅੱਛਾ ਜਿਨ੍ਹਾਂ ਕੋ ਮੈਂ ਹੁੰਦਾ ਹਾਂ ਨਾ, ਹਾਂ, ਉਹ ਆਇਆ ਉਹ ਆਏ ਸਨ। ਵਿਰਸਾ ਸਿੰਘ ਵਿਰਸਾ ਸਿੰਘ ਆਇਆ। ਤੇ ਇੱਕ ਨਾਲ ਖੱਤਰੀ ਆਇਆ ਸੀ। ਅੱਛਾ, ਇੱਕ ਖੱਤਰੀ ਸੀ। ਉਹ ਤੇ ਘੜੀ ਦੀ ਘੜੀ ਆਇਆ ਤੇ ਵਾਪਸ ਹੋ ਗਿਆ। ਵਿਰਸਾ ਫਿਰ ਰਿਹਾ। ਅੱਛਾ, ਉਹ ਰਿਹਾ ਇੱਥੇ ਪਿੰਡ? ਇੱਥੇ ਰਿਹਾ। ਉਹਨੂੰ ਫਿਰ ਰੋਟੀ ਨਹੀਂ ਖਾਂਦਾ। ਅੱਛਾ ਮਈਆਂ ਸਾਡੇ ਕੋਲ ਦੁੱਧ ਹੈ ਸੀ, ਹਾਂ। ਦੁੱਧ ਪੀਂਦਾ ਸੀ। ਅੱਛਾ, ਬਸ ਦੁੱਧ ਪੀਣਾ। ਦੁੱਧ ਆੜੋ ਰੋਟੀ ਕਿਉਂ ਨਹੀਂ ਖਾਂਦਾ? ਹੈ ਰੋਟੀ ਕਿਉਂ ਨਹੀਂ ਖਾਂਦਾ? ਮਰਜ਼ੀ ਨਾਲ। ਮਰਜ਼ੀ ਨਾਲ ਨਹੀਂ ਸੀ ਖਾਂਦਾ। ਤੇ ਰੋਟੀ ਨਹੀਂ ਉਹਨੇ ਖਾਧੀ ਜਿੰਨੇ ਦੇਰ ਦੁੱਧ ਹੀ ਪੀਤਾ। ਹੂੰ। ਉਹ ਫਿਰ ਲੱਲਣ ਦਾ ਸੀ ਇੱਕ ਕੱਕੇ ਜਿਹੀ। ਅੱਛਾ ਉਹਨੇ ਆਖਿਆ ਦਿਨ ਦੇ 12 ਵਜੇ ਬਾਰਡਰ ਬੰਦ ਹੋ ਗਿਆ ਅੱਛਾ। ਹੈ ਜੀ। ਹੂੰ ਆਖਰ ਮੈਂ ਅਸੀਂ ਫਿਰ ਦੋ ਬੰਦੇ ਗਏ ਨਾਲ। ਹਾਂ ਅੱਛਾ, ਚਾੜਨ ਚਾੜੇ ਨੂੰ। ਠੀਕ ਉਸੇ ਠੀਕ ਲਾਹੌਰ ਗਏ। ਕਿੰਨਾ ਚਿਰ ਮਗਰੋਂ ਆਇਆ ਬਾਬਾ ਜੀ? ਜਦੋਂ 47 ਕੋਈ 10 ਸਾਲ ਹੀ ਆਇਆ। 10 ਸਾਲ ਬਾਅਦ ਆਇਆ। ਜਵਾਨ ਬੜਾ ਹੀ ਆਂਦਾ ਹੀ ਥੋੜਾ ਵਾਵਾ ਕੇ ਚੰਡੀਆਂ ਪੈ ਗਈਆਂ ਨੇ। ਓਏ ਹੋਏ ਹੋਏ। ਚੰਡੀਆਂ ਪੈ ਗਈਆਂ ਨੇ। ਹੂੰ। ਉਹ ਜ਼ਾਤ ਬੰਦੇ ਨੇ ਥੋੜਾ ਵਾਵਾ ਕੇ ਕਾਰਖਾਨੇ ਜਿਹਦੇ ਚੰਡੀਆਂ ਪੈ ਗਈਆਂ ਨੇ। ਹਾਂ। ਤੇ ਹੁਣ ਜ਼ਮੀਨ ਮਿਲੀ ਹੈ ਕੋਈ 10-12 ਕਿੱਲੇ। ਹੂੰ। ਉਹ ਕੱਖੜੀਆਂ ਬੀਜਨੇ ਆ। ਅੱਛਾ ਅੱਛਾ। ਸਹੀ। ਹੂੰ। ਉਹ ਫਿਰ ਮੈਂ ਨਾਲ ਗਿਆ ਫਿਰ। ਉਹ ਮੇਰੇ ਨਾਲ ਜਿਹੜਾ ਬੰਦਾ ਹੈ ਨਾ, ਅੱਛਾ ਉਹ ਤੇ ਨਿਕਲ ਆਇਆ। ਮੈਂ ਜੀ, ਫਿਰ ਜੀ। ਰਹਿ ਗਿਆ ਕੱਲਾ। ਅੱਛਾ। ਉਹ ਮੈਂ ਕਿਹਾ ਗੱਲ ਕਰ ਕੀ ਲੈਣੇ ਹਾਂ। ਜਿਹੜਾ ਜਾਂਦਾ ਹੀ। ਅੱਛਾ 12 ਪੱਖੀਆਂ ਅੱਛਾ। ਤੇ ਦਾਤਰ ਸੂਲ ਹਾਂ। 12 ਦਰਜਨਾ ਮਾਲਟਾ। 12 ਦਰਜਨਾ ਮਾਲਟਾ। ਅੱਛਾ। ਹਾਂਜੀ। ਹਾਂ। ਤੇ ਦਾਤਨ ਸੁਰਮਾ। ਦਾਤਨ ਤੇ ਸੁਰਮਾ। ਅੱਛਾ। ਹਾਂ। ਉਹ ਮੈਂ ਲੈ ਕੇ ਤੇ ਜਾਣਾ। ਅੱਛਾ। ਐਡੀ ਐਡੀ ਅਸਰ ਪੈਰ ਹੋਏ। ਓਏ ਹੋਏ। ਕੱਢ ਕੇ ਪੈਸੇ ਸੁੱਟੇ ਆ ਚੁੱਕ। ਹਾਂ। ਅਸੀਂ ਪੈਸੇ ਦਿੰਦੇ ਹਾਂ ਤੈਨੂੰ। ਇਹ ਕੀ ਕੀਤਾ? ਮੈਂ ਨਹੀਂ ਇਹ ਜੋ ਲੈ। ਬੱਲੇ ਬੱਲੇ। ਜਿਹੜੇ ਜਾਂਦਾ ਹੈ ਨਾ, ਗੱਲ ਸੁਣਾਈਏ। ਜਿਹੜਾ ਜਾਂਦਾ ਹੈ ਉਹ ਮਦਦ। ਜਦੋਂ ਬਾਬਾ ਆਪਣਾ ਵਿਰਸਾ ਸਿੰਘ ਇੱਥੇ ਆਇਆ ਤੇ ਇਹ ਬਾਬਾ ਜੀ ਕੀ ਦੱਸਦਾ ਸੀ? ਪਿੱਛੇ ਜਾ ਕੇ ਕਿੱਥੇ ਬੈਠੇ ਆ? ਕਿਹੜੇ ਜ਼ਿਲ੍ਹੇ 'ਚ ਬੈਠੇ ਆ? ਹੁਸ਼ਿਆਰਪੁਰ ਬੈਠੇ ਨੇ, ਗੁਰਦਾਸਪੁਰ ਬੈਠੇ ਨੇ, ਅੰਮ੍ਰਿਤਸਰ। ਅੰਮ੍ਰਿਤਸਰ ਬੈਠੇ ਨੇ ਉਹ। ਹਾਂ। ਅੱਛਾ ਅੱਛਾ, ਪਿੰਡ ਸਤੋਗੀ। ਠੀਕ। ਹੋਰ ਕੀ ਦੱਸਦੇ ਸਨ? ਹੋਰ ਕਿਹੜੇ ਕਿਹੜੇ ਲੋਥੇ ਘਰ ਦੇ ਬੈਠੇ ਨੇ? ਕਿਹੜਾ ਖਿਲਰ ਖੁਲਰ ਗਏ ਸਨ ਪਿੰਡ? ਜਿਹੜੇ ਜੁੜੇ ਨੇ ਨਾ, ਹੂੰ। ਉਹ ਤੁਰ ਗਏ ਕਪੂਰ ਸਾਰਾ ਰਿਆਸ ਚ। ਕਪੂਰਥਲੇ। ਸਾਰੇ ਤੁਰ ਗਏ ਨਾ, ਕਾਲੂ ਗਏ, ਹਾਂ ਪੱਕੇ ਵਾਲੀਏ, ਹਾਂ। ਤੇ ਉਹ ਸਾਰੇ ਅਗਾ ਤੁਰ ਗਏ। ਅਸੀਂ ਇੱਥੇ ਅੰਮ੍ਰਿਤਸਰ ਆ। ਅੱਛਾ ਅੱਛਾ, ਠੀਕ। ਬਸ। ਜਿਹੜੇ ਸਾਡੇ ਪਿੰਡ ਦੇ ਖੱਤਰੀ ਹਨ ਨਾ, ਹਾਂ। ਉਹ ਵੀ ਅੰਮ੍ਰਿਤਸਰ ਸਨ। ਅੱਛਾ। ਉਹ ਇੱਥੇ ਆਉਂਦੇ ਜੀ ਜੀ, ਠੀਕ ਠੀਕ ਠੀਕ। ਠੀਕ ਹੈ ਬਾਬਾ ਜੀ, ਨੇ। ਬਹੁਤ ਸ਼ੁਕਰੀਆ। ਓਕੇ ਜੀ, ਅੱਲਾ ਹਾਫਿਜ਼। ਅੱਛਾ ਬਾਬਾ ਜੀ, ਤੁਸੀਂ ਦੱਸ ਰਹੇ ਹੋ ਕਿ ਇੱਥੋਂ ਘਰ ਸ਼ੁਰੂ ਹੋ ਜਾਂਦੇ ਹਨ ਜਿਹੜੇ ਸਿੱਖ ਲੋਕ ਸਨ। ਕਾਈ ਸਰ ਕੋਨੇ ਤੋਂ ਤੋੜਦਾ ਕੋਨੇ ਤੋਂ। ਅੱਛਾ ਅੱਛਾ, ਆਓ ਜੀ। ਜੀ ਮੈਂ ਪਿੰਡ ਤੁਹਾਨੂੰ ਸਤੋਕੇ ਤਹਿਸੀਲ ਡਸਕਾ ਦੇ ਵਿੱਚ ਆਂਦਾ ਉਹਦਾ ਵਿਊ ਦਿਖਾ ਰਹੇ ਹਾਂ ਜੀ। ਜਿਹੜਾ ਚੁੱਲਾ ਹੈ ਨਾ ਉਹ ਆ ਸਕਦਾ ਬੰਦਾ। ਘਰ ਨਹੀਂ ਆਇਆ ਘਰ ਦੇ ਵਿੱਚ ਨਾ ਉਹ ਕੋਨੇ ਤੱਕ ਇੱਥੇ ਮਕਾਨ ਬਣਿਆ ਸੀ। ਤਾਜ਼ੇ ਬਣੇ ਨੇ, ਬੜੇ ਸ਼ਾਨਦਾਰ ਬਣੇ ਮਲੂਮ ਹੁੰਦੇ ਉਹ ਪੁੱਛ ਲੈ ਸਾਫ ਸੁਥਰੇ ਜਣੇ ਸੀ। ਅੱਛਾ। ਇਹ ਚੁੱਲੇ ਵੀ ਬੜੇ ਬਣੇ ਸਨ ਇੱਥੇ ਆਹ ਦੇ ਪਿੰਡ ਘਰ ਦੇ ਵਿੱਚ। ਇਹ ਕੋ ਪਤਾ ਹੈ ਘਰ ਕਿਹਦਾ ਸੀ ਪਹਿਲੇ? ਉਹ ਜੇ ਦੱਸਦੇ ਨੇ ਵੀ ਅੱਛਾ, ਉਹ ਆਪਣਾ ਬੇਰੀਆ ਦਾ ਖੂਹ ਹੁੰਦਾ ਸੀ ਉਹਨਾਂ ਸਿੱਖਾਂ ਦਾ। ਬੇਰੀਆ ਦਾ ਖੂਹ ਵਾਲਾ ਘਰ ਲੋਕਾਂ ਤੋਂ ਸੀ। ਸੁਣੀ ਹਾਂਜੀ, ਜਿਹੜਾ ਘਰ ਦੱਸਣ ਉਹੀ ਉਹ ਆਪਣਾ ਸਰਦਾਰ ਉਜਾਗਰ ਸਿੰਘ ਹਾਂਜੀ ਹਾਂਜੀ ਉਹਨਾਂ ਦਾ ਘਰ ਤੇ ਬੜੀ ਇਹ ਵਾਲਾ। ਹਾਂਜੀ ਇਹਦਾ ਨਵਾਂ ਸਿਰੇ ਬਣਾ ਰਹੇ ਨਾ। ਨਹੀਂ। ਥੋੜੇ ਦਿਨ ਪਹਿਲਾਂ, ਮਹੀਨਾ ਪਹਿਲਾਂ ਮੈਂ ਢਾਏ ਨੇ। ਠੀਕ ਠੀਕ। ਹਾਂਜੀ।
ਅੱਛਾ ਇਹ ਘਰ ਸੀ ਸਾਰਾ ਉਹਨਾਂ ਦਾ ਜਿੱਥੇ ਹੁਣ ਨਵੀਂ ਤਮੀਰ ਹੋ ਰਹੀ ਹੈ। ਹਾਂਜੀ ਇੱਥੋਂ ਸ਼ੁਰੂ ਹੋਇਆ ਰਿਹਾ ਘਰ ਉਹਨਾਂ ਦਾ। ਅਜੇ ਸਾਨੂੰ ਕੋਈ ਵੀ ਜ਼ਮੀਨ ਨਹੀਂ ਗਈ ਇੱਥੋਂ ਸ਼ੁਰੂ ਹੁੰਦਾ ਹੈ, ਹੁਣ ਉਹਨਾਂ ਨੇ ਢਾਹ ਕੇ ਤੇ ਨਵੇਂ ਮਕਾਨ ਬਣਾਉਣੇ ਸ਼ੁਰੂ ਕੀਤੇ ਨੇ। ਨੀਵੇਂ ਮਕਾਨ ਹੁੰਦੇ ਹਨ, ਅੱਗੇ ਬਰਾਮਦਾ ਹੁੰਦਾ ਸੀ। ਅੱਛਾ ਹਾਂਜੀ ਤੇ ਪਿੱਛੇ ਇੱਥੋਂ ਆ ਕੇ ਕਮਰਾ ਹੁੰਦਾ ਸੀ, 2 ਕਮਰੇ ਹਨ, ਇੱਧਰ 3 ਔਰ ਅੱਗੇ ਬਰਾਮਦਾ ਸੀ, ਅੱਛਾ ਅੱਛਾ ਫਿਰ ਉਧਰ ਨੂੰ ਬਰਾਮਦਾ ਸੀ। ਉਹ ਇਹਨਾਂ ਨੇ ਬਣਾਇਆ ਆਪਣਾ ਅਗਲੀ ਸਾਈਡ ਨਹੀਂ ਬਣਾਇਆ ਸਰ। ਉਹ ਵੀ ਇਹਨੇ ਬਣਾਇਆ ਸੀ ਤੇ ਕੱਚਾ ਢਾਂਦਾ ਸੀ ਕੱਲਾ ਢਾਹ ਛੜੀਆਂ ਅੱਛਾ ਇਹ ਦੂਸਰੀ ਦਫਾ ਤਮੀਰ ਹੋ ਗਿਆ ਜਗ੍ਹਾ। ਇਹ ਉਹਨਾਂ ਤੋਂ ਬਾਅਦ ਇਹ ਉਹ ਦੂਸਰੀ ਇਹਨਾਂ ਨੇ ਦਫਾ ਆ ਥਾਂ ਜਿਹੜਾ ਮੁੱਲ ਲਿਆ ਸੀ ਅੱਛਾ ਆ ਜਿਹੜਾ ਹੈ, ਮੁੱਲ ਲਿਆ ਸੀ ਜੋ ਤੋਂ ਹਟ ਕੇ ਤੇ ਉਸ ਤੋਂ ਪਹਿਲਾਂ ਲਿਆ ਸੀ ਸਾਰੇ ਕੰਧਾਂ ਦੇ ਸੱਤ ਹੈ ਤੂੰ ਪਈਆਂ ਸਨ। ਕੋਈ ਸ਼ਾਇਦ ਚੁੱਲ੍ਹੇ ਬਣੇ ਸਨ, ਤੰਦੂਰ ਬਣੇ ਸਨ ਤੇ ਆਂਦੇ ਹੈ ਵੀ ਇਹ ਸਿੱਖਾਂ ਦਾ ਮਕਾਨ ਹੈ। ਉਹ ਜੋ ਨਹੀਂ ਬੇਰੀਆ ਖੂਹ ਉੱਥੇ ਹੁੰਦੀਆਂ ਨੇ ਰਾਸ਼ ਆਪਣੇ ਨਹੀਂ ਤੇ ਬੇਰੀ ਵਾਲੇ ਖੂਹ ਵਾਲਿਆਂ ਦਾ ਇਹ ਘਰ ਤੇ ਜਿਹੜੇ ਰੋਈ ਵਾਲੇ ਸਨ ਰੋਈ ਵਾਲੇ ਤੇ ਮਾਲੂਮ ਹੈ ਉਹਨਾਂ ਨੇ ਕਿਹਾ ਜੀ ਪਿੰਡ ਦੇ ਵਿਚਕਾਰ ਸਾਡਾ ਘਰ ਸੀ। ਅੱਛਾ ਪਿੰਡ ਦੇ ਵਿਚਕਾਰ ਅੱਛਾ ਠੀਕ ਹੈ ਇਹ ਪਿੰਡ ਦਾ ਵਿਚਕਾਰ ਲੈ ਸੀ ਇਹ ਨਹੀਂ ਪਿੰਡ ਦਾ ਵਿਚਾਰ। ਹਾਂ ਹਾਂ ਉਹ ਵਿੱਚ ਗਲੀ ਅੱਛਾ ਅੱਛਾ ਉਹ ਤੁਹਾਨੂੰ ਦੱਸਣੇ ਆ ਜਿਹੜੇ ਰੋਈ ਵਾਲੇ ਸਨ ਚਲੋ ਚਲੋ ਕੋਈ ਨਹੀਂ ਬੰਦ ਹੋ ਜਾਈਆਂ ਨਾਲੇ ਪਿੰਡ ਹਾਂ ਇਹ ਇੱਥੇ ਉਹ ਕਿਹੜਾ ਆਪਣਾ ਬੇਰੀ ਵਾਲਾ ਸੀ, ਜਿਹੜਾ ਸੀ ਪਹਿਲੇ ਖੂਹ ਕਿਹੜਾ ਸੀ, ਬੇਰੀ ਵਾਲਾ ਖੂਹ ਇੱਥੇ ਸਾਹਮਣੇ ਹੁੰਦਾ ਸੀ। ਕਿਹੜੀ ਜਗ੍ਹਾ ਇਹ ਸਾਹਮਣੇ ਅੱਛਾ ਅੱਛਾ ਇੱਧਰ ਮਕਾਨ ਬਣੇ ਹੁੰਦੇ ਇਸ ਗਲੀ ਦੇ ਇਸੇ ਤਰ੍ਹਾਂ ਹੀ ਨਾ ਸੱਜੇ ਖੱਬੇ ਮਕਾਨ ਹੁੰਦੇ ਸਨ। ਇੱਥੇ ਅਸੀਂ ਬਾਈਆਂ ਮਰਨਾ ਤੇ ਹੁਣ ਅਸੀਂ ਕਾਬਜ਼ਾ ਇੱਥੇ ਰਹਿ ਰਹੇ ਹਾਂ। ਅੱਛਾ ਅੱਛਾ ਤਾਇਆ ਜੀ ਤੇ ਅਸੀਂ ਸਾਡੇ ਘਰ ਸਾਰੇ ਚਲੋ ਅੱਗੇ ਤੱਕ 22 ਮਰਲੇ ਜਗ੍ਹਾ ਤੋੜੋ ਸਾਡੇ ਕੋਲ ਇੱਧਰ ਹੋਰ ਘਰ ਵੀ ਮਤਲਬ ਖੁੱਲੀ ਜਗ੍ਹਾ ਹੀ ਅੱਜ ਤੇ ਸੋਚਿਓ ਪੁਆਇੰਟ ਬੇਰੀ ਵਾਲਾ ਖੂਹ ਸੀ, ਪਿੱਪਲ ਵਾਲਾ ਖੂਹ ਵੀ ਸੀ ਇੱਕ ਹਾਂ ਜੀ ਤੇ ਰੋਈ ਵਾਲਾ ਖੂਹ ਤੇ ਖੈਰ ਚਲੋ ਮਾਲੂਮ ਨਹੀਂ ਪਿੱਪਲ ਵਾਲਾ ਖੂਹ ਅੱਗੇ ਵੇ, ਇੱਥੇ ਬੇਰੀ ਵਾਲਾ ਖੂਹ ਹੈ। ਉਹ ਤੇ ਖੂਹ ਖਤਮ ਹੋ ਗਏ ਕਿ ਹੈ ਨਿਸ਼ਾਨ ਪਿੱਪਲ ਵਾਲਾ ਖੂਹ ਨਹੀਂ ਬੇਰੀ ਵਾਲਾ ਖੂਹ ਬੇਰੀ ਵਾਲਾ ਖੂਹ ਇੱਥੇ ਹੁੰਦਾ ਸੀ, ਉਹ ਮੁੱਕ ਗਿਆ ਫਿਰ ਖਤਮ ਹੋ ਗਿਆ। ਇੱਥੇ ਘਰ ਕਿੱਥੇ ਖੂਹ ਹੈ? ਇਹ ਹੀ ਖੂਹ ਦੀ ਜਗ੍ਹਾ ਵੇ, ਇਹ ਨਾਲ ਖੂਹ ਹੁੰਦਾ ਸੀ, ਬਾਕੀ ਉਹ ਸਿਰ ਹੁਣ ਮਕਾਨ ਬਣ ਗਏ। ਹਾਂਜੀ, ਇੱਥੇ ਆ ਸਾਰਾ ਜਿੱਥੇ ਅਸੀਂ ਫਿਰਨੇ ਦਾ ਸਾਰਾ ਛੱਪੜ ਸੀ ਬਹੁਤ। ਇਹ ਜੀ ਇਮਾਮ ਬਾਰਗ ਹੁਸੈਨੀਆ ਸੱਤੋ ਕੇ ਅੱਛਾ ਜੀ ਵੀਰ ਜੀ ਇਹ ਜਗ੍ਹਾ ਸਾਰਾ ਜਿੱਥੇ ਖੂਹ ਏਰੀਆ ਛੱਪੜ ਹੁੰਦਾ। ਅੱਛਾ ਇਹ ਛੱਪੜ ਦੀ ਜਗ੍ਹਾ ਸਾਰਾ ਪੁਰਾਣਾ ਛੱਪੜ 1947 ਤੋਂ ਪਹਿਲੇ ਦਾ ਹਾਂਜੀ ਹਾਂਜੀ ਇਹ ਛੱਪੜ ਅਸੀਂ ਕਬਜ਼ਾ ਨਹੀਂ ਲੋਕਾਂ ਨੂੰ ਕਰਨ ਦਿੱਤਾ, ਲੇਕਿਨ ਇਹ ਵੇ ਕਿ ਪੂਰਿਆ ਗਿਆ ਵੇ, ਮਿੱਟੀ ਸੁੱਟ ਕੇ ਕੂੜਾ ਸੁੱਟ ਕੇ। ਜੀ ਜੀ ਬਾਬਾ ਜੀ ਆ ਜਿਹੜਾ ਅਸੀਂ ਸੋਚਦੇ ਨੇ ਕਿ ਤਕਰੀਬਨ ਇਹ ਕਿਹਦੇ ਕਰਕੇ ਐਸੇ ਕੋਈ ਖੂਹੀ ਅੱਛਾ ਅੱਛਾ ਖਾਣਾ ਬਣਿਆ ਹੁੰਦਾ ਸੀ ਉਹਨੂੰ ਹਾਂ ਨਹਾਉਂਦੇ ਹੁੰਦੇ ਸੀ, ਪਾਣੀ ਸਾਰਾ ਪਾਣੀ ਪੀਂਦਾ ਹੁੰਦਾ ਸੀ, ਅੱਛਾ ਬੜਾ ਠੰਡਾ ਪਾਣੀ ਸੀ। ਅੱਛਾ ਇੱਕ ਪੀਪਲ ਉੱਥੇ ਕੋਲੇ ਰੱਖੇ ਸੀ, ਜੀ ਜੀ ਇੱਕ ਇੱਥੇ ਕਰਕੇ ਪਿੱਪਲ ਪੀਪਲ ਅੱਛਾ ਅੱਛਾ ਆਹ ਜਿਹੜੀ ਜਗ੍ਹਾ ਨੇ- ਮੇਰਾ ਖਿਆਲ ਹੈ ਉਹਦਾ ਉਹੀ ਪਿੱਪਲ ਦਾ ਮੁੰਡ ਪਿਆ ਹੋਇਆ ਨਹੀਂ ਨਹੀਂ ਪਰਾਂ ਅੱਛਾ ਅੱਛਾ ਇੱਥੇ ਆ ਜਿਹੜੇ ਆ ਜਗ੍ਹਾ ਵੀ ਇੱਥੇ ਲੈ ਕੇ ਆਏ ਨੇ। ਹੂੰ ਇਹ ਸਾਰੀਆਂ ਨੇ ਇਹ ਜਗ੍ਹਾ ਸਭ ਢਾਹ ਟੂ ਛੜੀਆਂ ਸਨ, ਢੱਟ ਗਈਆਂ ਸਨ। ਜਦੋਂ ਤੁਸੀਂ 47 ਵੇਲੇ ਆ ਕੇ ਜਿਹੜੇ ਮਕਾਨ ਜਿਹੜੇ ਬਣੇ ਸਨ ਹੂੰ ਤੇ ਢਾਹ ਟੂ ਛੜੇ ਸਨ ਹੂੰ ਤੇ ਛੱਪੜ ਜਿਹੜਾ ਨਹੀਂ ਇੱਥੇ ਲੈ ਕੇ ਤੇ ਇੰਜ ਕਰਕੇ ਇੰਜ ਕਰ ਛੱਪੜ ਇਹ ਹੂੰ ਇੰਜ ਆ ਜ਼ੋਰ ਅੱਛਾ ਛੱਪੜੀ ਆ ਕੇ ਇੰਜ ਇਹ ਛੱਪੜ ਪੁਰਾਣਾ ਸੀ ਕਹਿ ਸਕਦੇ 47 ਤੋਂ ਪਹਿਲੇ ਦਾ ਛੱਪੜ ਜਿੱਥੇ ਛੱਪੜ ਇੱਥੇ ਉੱਥੋਂ ਲੈ ਕੇ ਛੱਪੜ ਇੰਜ ਆ ਸਾਂ ਸੀ ਅੱਛਾ ਆ ਗਲੀ ਤੇ ਲਾ ਕੇ ਇੰਜ ਇਧਰ ਇੰਜ ਆਸਾਂ ਕਰਕੇ ਛੱਪੜ ਉਹ ਕਿੰਨ ਜਾਂਦਾ ਤੇ ਆ ਜਿਹੜੀ ਜਗ੍ਹਾ ਨੇ ਸਿੱਖਾਂ ਦੇ ਵਰਤੋਂ ਦੇ ਵਿੱਚ ਸੀ ਆ ਜਗ੍ਹਾ ਜਿਹੜੀ ਅੱਛਾ ਅੱਛਾ ਜਿੱਥੇ ਹੀ ਰਹਿ ਰਹੇ ਹਾਂ ਹੁਣ ਤੇ ਪਿੰਡ ਦੀ ਕਿਹੜੀ ਸਾਈਡ ਹੋਈ ਜੀ ਆ ਪਹਾੜ ਪਾਸਾ ਹੀ ਪਹਾੜ ਪਾਸਾ ਸੀ ਤੇ ਉਹ ਪਿੰਡ ਦੀ ਮਸਜਿਦ ਚ ਪੁਰਾਣੀ ਉਹ ਵੀ ਛੱਪੜ ਦੇ ਵਿੱਚ ਦੁਬਾਰਾ ਉਹ ਵੀ ਛੱਪੜ ਹੈ ਪੁਰਾਣੀ ਮਸਜਿਦ ਉਧਰ ਸੀ ਪੁਰਾਣੀ ਉਧਰ ਪਾਸੇ ਵਾਲੇ ਠੀਕ ਹੈ ਉਹ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੀਦੀ ਸੀ ਦਾਦੇ ਆਪਣੇ ਦੀ ਸਟੋਰੀ ਉਸੇ ਜਿਸੇ ਜ਼ਮੀਨ ਲਈ ਸੀ ਨਾ ਹਾਂਜੀ ਉਥੇ ਜਦੋਂ ਆਏ ਨਾ ਜ਼ਮੀਨ ਦਾ ਕੋਦਾ ਮਰਬਾ ਉਹਨਾਂ ਨੇ ਬਣਾ ਲਿਆ ਸੀ ਹੂੰ ਸਾਰ ਕਰ ਲਿਆ ਸੀ ਹੂੰ ਰਿਆਸਰਾਮਪੁਰ ਜੀ ਹੂੰ ਤੇ ਬਾਅਦ ਚ ਫਿਰ ਮੁੜ ਕੇ ਤੇ ਮਿਲਣ ਗਿਲਣ ਵਾਸਤੇ ਆਏ ਸਨ ਹੂੰ ਤੇ ਇਹ ਪੰਜਾਬ ਦੇ ਵਿੱਚ ਆਪਣੇ ਵੱਢ ਕਟਾਈ ਹੋ ਰਹੀ ਸੀ ਜੀ ਤੇ ਜਿਹੜੀ ਗੱਡੀ ਵਿੱਚ ਆਏ ਸੀ ਨਾ ਇੱਥੇ ਅੰਮ੍ਰਿਤਸਰ ਆਣ ਕੇ ਇਹਨਾਂ ਅੰਮ੍ਰਿਤਸਰੋਂ ਪਿਛਾਂ ਹੀ ਹੂੰ ਸਟੇਸ਼ਨ ਦੇ ਸਾਰੀ ਸ਼ਹੀਦ ਕਰ ਛੱਡੀ ਖੜੇ ਉਸ ਗੱਡੀ ਦੇ ਸਾਡੇ ਦਾਦਾ ਜੀ ਸਾਡੇ ਦੇ ਦਾਦਾ ਜੀ ਸਨ, ਇਹਨਾਂ ਦੇ ਦਾਦਾ ਜੀ। ਗੱਡੀ ਦੇ ਨਾਲ ਐਸ ਇਹਨਾਂ ਦੇ ਜਿਹੜੇ ਨਾ ਲੈਟਰੀਨ
ਹਾਂਜੀ ਉਹ ਦਰਵਾਜ਼ੇ ਨਾਲ ਦਰਵਾਜ਼ਾ ਖੋਲਣ ਵਾਲੀ ਬੜੀ ਕੋਸ਼ਿਸ਼ ਕੀਤੀ, ਜਿਹੜੇ ਵਿੱਚ ਵੜ ਗਏ ਸੀ ਉਹ ਮੁੜ ਖੋਲਦੇ ਨਹੀਂ ਸਨ। ਹਾਂ ਉਹਨਾਂ ਜਿੰਨੇ ਵੀ ਲੱਭੇ ਨਾ ਉਹਨਾਂ ਨੇ ਸ਼ਹੀਦ ਕਰ ਛੜੇ। ਦਾਦਾ ਸਾਡਾ ਕਹਾਂਗੇ ਮੈਂ ਤਾਂ ਫਿਰ ਜਿਹੜੀ ਸੀਟ ਉਹਦੇ ਨਾਲ ਕਰਕੇ ਨਾ ਮੂੰਹ ਲਾ ਕੇ ਨਾਲ ਲੰਮੇ ਪੈ ਗਏ। ਅੱਛਾ ਲਾਸ਼ਾਂ ਪਈਆਂ ਵਿੱਚ। ਹਾਂ ਹਾਂ ਕਿਹਾ ਇਹ ਕਿਸੇ ਨੂੰ ਮਹਿਸੂਸ ਹੋਇਆ ਕਿ ਵੀ ਬੰਦਾ ਮੁੱਕ ਗਿਆ। ਅੱਛਾ ਤੇ ਮੈਂ ਨਾਲ ਪੇਟ ਲਾ ਕੇ ਹਾਂ ਤੇ ਲੰਮਾ ਪੈ ਗਿਆ ਉਹਦੇ ਸੀਟ ਦੇ ਨਾਲ। ਤੇ ਉਹ ਫਿਰ ਜੋ ਕੁਝ ਉਹਨੇ ਕਰਨਾ ਕਰਕੇ ਤੇ ਫਿਰ ਚਲੇ ਗਏ। ਉਸ ਤੋਂ ਬਾਅਦ ਫਿਰ ਗੱਡੀ ਉੱਥੇ ਚੱਲੀ ਆ ਤੇ ਫਿਰ ਇਸੇ ਖੜੇ ਕਿਹੜੇ ਲਾਹੌਰ ਆਏ ਜਾਂ ਪਿੱਛੇ ਕਿਹੜੇ ਸਟੇਸ਼ਨ ਤੇ ਫਿਰ ਉਹਨੇ ਆਵਾਜ਼ਾਂ ਮਾਰੀਆਂ ਨਿਕਲ ਜੇ ਕੋ ਹੈਗਾ। ਉਸ ਬਾਅਦ ਪਤਾ ਨਹੀਂ ਇੱਕ ਬੰਦਾ ਕਿ ਦੋ ਬੰਦੇ ਨਿਕਲੇ ਨੇ, ਬਾਕੀ ਸਾਰੇ ਸ਼ਹੀਦ ਕਰ ਛੜੇ ਸੀ। ਤੇ ਉਹ ਮਿਲ ਗਏ ਨੂੰ ਆਸਾ ਲੜਾਈ ਫਸਾਦ ਇਸ ਪੰਜਾਬ ਵਿੱਚ ਸੀ। ਉਧਰ ਰਿਆਸਤ ਰਾਮਪੁਰ ਕੋਈ ਨਹੀਂ, ਹੋਰ ਕੋਈ ਨਹੀਂ ਸੀ। ਪੰਜਾਬ ਹੀ ਵੱਢਿਆ ਗਿਆ ਜੀ, ਵੱਢਿਆ ਟੁੱਕਿਆ ਗਿਆ। ਕਿਹਨੂੰ ਵਾਸਤੇ ਆਇਆ ਸਾਂ ਚਲੋ ਮੈਂ ਆਪਣੇ ਜੀਆਂ ਦੇ ਘਰ ਮਿਲ ਗਿਆ ਵਾ ਤੇ ਇਹ ਇਸੇ ਕੀ ਬਣਿਆ ਫਿਰ ਤੇ ਫੜ ਕੇ 1050 ਛੜੇ ਨੇ ਉਥੋਂ ਸਿੱਧੇ ਫਿਰ ਇਸੇ ਗੱਲ ਲੱਗੇ। ਸਹੀ ਹਾਂ ਬੜਾ ਚਿਰ ਫਿਰ ਅੱਗੇ ਥੋੜਾ ਜਿਹਾ ਹੋ ਕੇ ਦਰਮਿਆਨ ਆ ਜਾਂਦਾ। ਅੱਛਾ ਜੀ ਐਸ ਤੁਸੀਂ ਦੱਸ ਰਹੇ ਹੋ ਵੀਰ ਜੀ ਕਿ ਇਹਨਾਂ ਤੁਸੀਂ ਆਪ ਦੇਖਿਆ ਨਾ ਮਕਾਨਾਂ ਨੂੰ ਬਰੀਕ ਨਕਸ਼ਾਈ ਇੱਟ ਨਾਲ ਹਾਂਜੀ 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 ਬਿਲਕੁਲ ਬਰੀਕ ਕੀਤਾ ਤਿਆਰ ਹੋਈ। ਤੇ ਇਹ ਨਹੀਂ ਪਤਾ ਕਿ ਘਰ ਕਿਦਾ ਕੌਣ ਰਹਿੰਦਾ ਰਿਹਾ ਵੇ ਇੱਥੇ ਤੇ ਹਾਂ ਹਾਂ ਗਲੀ ਚ ਹਾਂਜੀ ਮੈਂ ਹੁਣ ਤੁਹਾਨੂੰ ਦੱਸਣਾ। ਇੱਥੇ ਦੀ ਮਾਈ ਦੀ ਰਹਿੰਦੀ ਸੀ ਨਾ, ਉਹ ਪੁਰਾਣੀ ਸੀ ਇੱਥੇ ਰਹਿਣ ਵਾਲੀ ਨਾ। ਉਹ ਬੜਾ ਕੱਲੀ ਮਾਈ ਰਹੀ, ਬੜਾ ਉਹ ਮਾਈ ਰਹਿ ਗਈ ਇੱਥੇ। ਉਹ ਮਾਈ ਇੱਥੇ ਰਹੀ, ਬੜਾ ਅਰਸਾ ਇੱਥੇ ਰਹੀ। ਉਹਦੇ ਸਿੱਖ ਮਜ਼ਹਬ ਨਾਲ ਤਲਕ ਸੀ ਮਾਈ ਦਾ। ਸਿੱਖ ਮਜ਼ਹਬ ਨਾਲ ਤਲਕ ਸੀ। ਅੱਛਾ ਅੱਛਾ ਜੀ ਮਸ਼ਹੂਰ ਸੀ, ਬਾਬਾ ਲੀਕ ਵਾਲਾ ਮਸ਼ਹੂਰ ਸੀ, ਉਹ ਵੀ ਸਿੱਖ ਸੀ। ਤੇ ਉਹ ਇੱਥੇ ਰਹਿ ਗਿਆ ਸੀ, ਉਹ ਗਿਆ ਹੀ ਨਹੀਂ। ਉਹਨੇ ਇਹ ਜ਼ਾਹਰ ਕੀਤਾ ਕਿ ਮੈਂ ਮੁਸਲਮਾਨ ਹਾਂ, ਠੀਕ ਹੈ, ਤੇ ਸਾਡੇ ਵਿੱਚ ਰਹਿੰਦਾ ਰਿਹਾ। ਠੀਕ ਹੈ, ਤੇ ਉਹਦਾ ਮਕਾਨ ਸੀ ਜੀ ਆਜ਼ਾਦ। ਅੱਛਾ ਅੱਛਾ ਹਾਂਜੀ ਤੇ ਉਹਨਾਂ ਦੀ ਮਾਈ ਇੱਕ ਰਹਿ ਗਈ ਇੱਥੇ। ਹਾਂ ਬਾਅਦ ਵਿੱਚ ਦੋਤਰਾ ਲੈ ਗਿਆ ਉਹਨਾਂ ਨੂੰ। ਹਾਂਜੀ ਇਹ ਘਰ ਸੀ ਉਹਨਾਂ ਦਾ ਉਸ ਮਾਈ। ਉਹ ਮਾਈ ਨਾਲ ਅਸੀਂ ਵੀ ਬੜੀ ਨਾਂ ਸੀ ਲੀਕ। ਹਾਂ ਲੀਕ ਦੱਸਿਆ ਬਾਬਾ ਲੀਕ। ਬਾਬਾ ਲੀਕ ਵਾਲਾ ਸਹੀ ਸਹੀ। ਤੇ ਸਿੱਖ ਮਜ਼ਹਬ ਨਾਲ ਤਾਲੁਕ ਸੀ ਉਹਦਾ। ਹਾਂਜੀ ਠੀਕ ਚਲੋ ਆਓ ਜੀ। ਇਹ ਕਹਿ ਗਲੀ ਜੀ ਪਿੰਡ ਸਤੋਗੀ ਦੀ ਤੇ ਪਿੰਡ ਦਾ ਅਸੀਂ ਮਿਡ ਕਹਿ ਸਕਦੇ ਹਾਂ। ਹਾਂਜੀ ਹਾਂਜੀ ਹੈ ਜੀ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਾਈ ਸਰਦਾਰਾ। ਉਹ ਮਾਈ ਅੱਛਾ ਵੀਰ ਜੀ ਸਾਨੂੰ ਦੱਸੋ ਜੀ, ਅਸੀਂ ਇੱਕ ਬੜੇ ਛੋਟੇ ਜਿਹੇ ਚੌਂਕ 'ਚ ਮੌਜੂਦ ਹਾਂ। ਸਾਡੇ ਆਸ-ਪਾਸੇ ਵੀ ਇੱਕ ਬੜੀ ਬਰੀਕ ਦੀ ਗਲੀ ਹੈ, ਇੱਕ ਇਹ ਗਲੀ ਹੈ ਜੀ, ਠੀਕ ਹੈ ਜੀ, ਤੇ ਉਹਦੇ ਨਾਲ ਇੱਕ ਆਪੋਜ਼ਿਟ ਇੱਕ ਇਹ ਗਲੀ ਹੈ, ਠੀਕ ਹੈ ਜੀ। ਤੇ ਆਪਣਾ ਅਸੀਂ ਹੁਣ ਤੁਹਾਨੂੰ ਘਰ ਦਿਖਾ ਰਹੇ ਹਾਂ ਸਰਦਾਰ ਗੁਰਵਿੰਦਰ ਸਿੰਘ ਸਾਹੀ, ਉਹਨਾਂ ਦੇ ਦਾਦਾ ਜਾਨ, ਜਿਨ੍ਹਾਂ ਦੀਆਂ ਜੜ੍ਹਾਂ ਪਿੰਡ ਸਤੋਗੀ ਦੇ ਵਿੱਚ ਸਨ। 47 ਵੇਲੇ ਇਹਨਾਂ ਨੂੰ ਆਪਣਾ ਘਰ ਬੂਆ ਛੱਡ ਕੇ ਜਾਣਾ ਪਿਆ ਤੇ ਇੱਧਰ ਕਿਤੇ ਇਹਨਾਂ ਘਰਾਂ ਦੇ ਵਿੱਚ ਇਹ ਘਰ ਤੁਸੀਂ ਕਹਿ ਲਓ ਸਰਦਾਰ ਉਜਾਗਰ ਸਿੰਘ, ਮੋਹਿੰਦਰ ਸਿੰਘ ਸਾਹੀ, ਤਾਇਆ ਜੱਸਾ ਸਿੰਘ ਉਹਨਾਂ ਦਾ, ਸਰਦਾਰ ਬਲਵੰਤ ਸਿੰਘ, ਤੇ ਜਿਨ੍ਹਾਂ ਨੂੰ ਬੰਤਾ ਸਿੰਘ ਕਰਕੇ ਵੀ ਕਹਿੰਦੇ ਸਨ। ਤੇ ਕਹਿ ਗਲੀ ਤੇ ਵੀਰ ਹੋਰੀ ਦੱਸ ਇਹ ਘਰ ਹੈ ਜੀ। ਘਰ ਤੇ ਨਵਾਂ ਹੀ ਬਣਿਆ ਹੁਣ ਜੀ 71-72 ਸਾਲ ਗੁਜ਼ਰ ਗਏ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਕੁਝ ਚੇਂਜ ਹੋ ਗਿਆ। ਬਾਕੀ ਜਗ੍ਹਾ ਸੇਮ ਪਲੇਸ ਹੋਈ ਹੈ। ਹਾਂ ਹਾਂ ਤੁਸੀਂ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਕਿ ਪਿੰਡ ਦਾ ਮਿਡ ਹੈ, ਹਾਂ। ਔਰ ਜਿਵੇਂ ਅਸੀਂ ਪੁੱਛਿਆ ਲੋਕਾਂ ਨੂੰ ਕਿ ਜਿਵੇਂ ਇਹ ਗਲੀ ਦੇ ਇਸ ਸਾਈਡ ਤੇ ਜਿਹੜਾ ਸਿੱਖਾਂ ਦੇ ਘਰ ਸਨ ਹਾਂ ਹਾਂ ਤੇ ਇੱਧਰ ਮੁਸਲਮਾਨਾਂ ਦੇ ਘਰ ਸਨ, ਬਿਲਕੁਲ ਉਸ ਹਵਾਲੇ ਨਾਲ ਤੇ ਇਹ ਹੀ ਜਗ੍ਹਾ ਬਣ ਗਈ। ਹਾਂਜੀ ਹਾਂਜੀ ਇਹ ਜਿਹੜੀ ਗਲੀ ਦੇਖੋਗੇ ਤੁਸੀਂ ਬਹੁਤ ਤੰਗ ਹੈ, ਪੁਰਾਣੀ ਤਰਜ਼ੇ ਤਮੀਰ ਦੇ ਵਿੱਚ ਚੀਜ਼ ਆਉਂਦੀ ਹੈ ਜੀ, ਤੇ ਜੀ। ਤੰਗ ਗਲੀਆਂ ਤੇ ਬੇਹੰਗਮ ਜਿੱਧਰ ਨੂੰ ਮਰਜ਼ੀ ਜਾ ਰਹੀਆਂ ਸੀ। ਮਕਾਨ ਤਾਂ ਚੇਂਜ ਹੋ ਗਏ ਨੇ ਲੇਕਿਨ ਉਹ ਗਲੀਆਂ ਉਹੀ ਨੇ, ਗਲੀਆਂ ਤੇ ਨਹੀਂ ਬਦਲੀਆਂ। ਬਿਲਕੁਲ ਬਿਲਕੁਲ। ਅਸੀਂ ਵਾਪਸ ਐਸੇ ਰੂਟ ਜਾਣਾ ਸੀ। ਹਾਂਜੀ ਅੱਗੇ ਸੱਤੋ ਕੇ ਪਿੰਡ ਜੀ ਮਾਲੋ ਮੇਰ ਦਾ ਹੀ ਇੱਕ ਹਿੱਸਾ ਲਾ ਲਓ ਤੁਸੀਂ, ਉਹਦਾ ਹੀ ਇੱਕ ਮਹੱਲਾ ਲਾ ਲਓ ਜੀ। ਬਜ਼ੁਰਗ ਗੱਲ ਕਰ ਰਹੇ ਸਨ। ਬਾਕੀ ਸਾਈ ਸਾਹਿਬ ਤੇ ਆਪ ਵੀ ਹੁਣ ਗਲੀਆਂ ਤੇ ਪਛਾਣ ਗਏ ਹੋਣਗੇ, ਸਾਰੇ ਮਕਾਨ ਤੇ ਵੇਖ ਲਏ ਨੇ। ਹਾਂਜੀ ਵੀਡੀਓ ਬਣ ਗਈ। ਨਹੀਂ ਉਹਨਾਂ ਦੀ ਵੀ ਪੈਦਾਇਸ਼ ਜੀ ਉੱਥੋਂ ਦੀ ਹੈ। ਅੱਛਾ ਅੱਛਾ ਹਾਂਜੀ
ਤੇ ਉਹਨਾਂ ਦੇ ਜੀ ਇੱਕ ਤਾਂ ਹੈ ਜੀ ਬਸ ਇਸ ਵੇਲੇ ਹਯਾਤ ਨੇ ਜਿਨ੍ਹਾਂ ਕੋਲ ਉਹਨਾਂ ਨੇ ਮਾੜਾ ਮੋਟਾ ਪੁੱਛਿਆ ਗਿੱਛਿਆ ਆਪਣੇ ਖੂਹ ਬਾਰੇ ਪੁੱਛਿਆ। ਰੋਈ ਵਾਲਾ ਖੂਹ ਤੁਹਾਨੂੰ ਪਤਾ ਨਾ ਉਧਰ ਹਾਂਜੀ ਤੇ ਮੁੰਡ ਹਾਂਜੀ ਉਹਦਾ ਵੀ ਸਿੱਖ ਛਾੜ ਲੈਣਾ ਹੈ ਅੱਛਾ ਅੱਛਾ ਤੇ ਹਾਂਜੀ ਇੱਥੋਂ ਤੱਕ ਘਰ ਚੱਲਦੇ ਨੇ। ਇਹ ਸਾਡੇ ਦਾਦਾ ਜੀ ਜਿਹੜੇ ਆਰਮੀ ਸਨ, ਹਾਂਜੀ ਹਾਂਜੀ ਇਹ ਉਹਨਾਂ ਦਾ ਮਕਾਨ ਹੈ। ਅੱਛਾ ਇਹ ਵੀ ਹੁਣ ਨਵੇਂ ਸਿਰੇ ਦੂਸਰੀ ਦਫਾ ਬਣ ਗਿਆ ਪਾਕਿਸਤਾਨ ਬਣ ਕੇ ਬਾਅਦ। ਠੀਕ ਠੀਕ ਠੀਕ। ਇੱਕ ਹੈ ਗਲੀ ਜੀ ਪਿੰਡ ਸਤੋਕੀ ਹੈ ਜੀ। ਇੱਥੇ ਪ੍ਰਾਈਵੇਟ ਸਕੂਲ ਅਲ ਮਦੀਨਾ ਪਬਲਿਕ ਹਾਈ ਸਕੂਲ ਸਤੋਕੇ। ਇਹ ਦੋ ਸਕੂਲ ਹੋਰ ਨੇ, ਦਿਖਾ ਰਿਹਾ ਜੀ। ਇੱਕ ਬੱਚਿਆਂ ਦਾ ਸਕੂਲ ਹੈ, ਐਲੀਮੈਂਟਰੀ ਸਕੂਲ ਹੈ, ਹਾਂ ਹਾਂ ਮਿਡਲ ਜੀ ਕਲਾਸਾਂ ਬੈਠੀਆਂ ਨੇ। ਅੱਛਾ ਜੀ ਨਾਲ ਪ੍ਰਾਇਮਰੀ ਸਕੂਲ ਹੈ ਗਵਰਨਮੈਂਟ ਬੱਚਿਆਂ ਦਾ। ਜੀ ਜੀ ਇਹ ਹਾਈ ਸਕੂਲ ਹੈ ਆਪਣਾ, ਸਾਡੇ ਭਾਈ ਹੈ ਉਹਨਾਂ ਨੇ ਖੋਲਿਆ ਜਗ੍ਹਾ ਵੀ ਆਪਣੀ। ਠੀਕ ਠੀਕ ਸਹੀ ਸਹੀ ਬਹੁਤ ਵਧੀਆ ਜੀ। ਤੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਅੱਗੇ ਪਿੰਡ ਹੈ ਲੱਲੜ। ਲੱਲਰ ਪੈਂਦੇ ਹਨ ਲੱਲੜ ਹਾਂਜੀ। ਅੱਛਾ ਉਹਨੂੰ ਇੱਥੋਂ ਡਾਇਰੈਕਟ ਰਸਤਾ ਤਾਂ ਨਹੀਂ ਪੈਂਦਾ, ਵਿੱਚ ਸੂਆ ਹੁੰਦਾ ਪਿੰਡ ਦੇ ਕਾਰਨਰ ਤੋਂ ਪਰਾਂ ਜਾਈਦਾ ਫਿਰ ਉਹ ਵੀ ਜੱਟ ਫਿਰ ਖਾਨਾ ਪਿੰਡ ਹੈ ਲੱਲੜ। ਲੱਲਰ ਜ਼ਿਆਦਾਤਰ ਨਾ ਉੱਥੇ ਗੁੱਜਰ ਅੱਛਾ ਤੇ ਇੱਕ ਮਿਹਾਰ, ਦੋ ਬਰਾਦਰੀਆਂ ਰਹਿੰਦੀਆਂ। ਗੁੱਜਰ ਗੁੱਜਰ ਵੀ ਮਹਾਜਰ ਨੇ। ਅੱਛਾ ਅੱਛਾ ਹਾਂਜੀ ਠੀਕ ਹੈ ਤੇ ਨਾਲ ਜਿਹੜਾ ਆਪਣਾ ਘੁਮਿਆਰ ਬਰਾਦਰੀ ਉਹ ਤੇ ਇੱਥੋਂ ਦੀ ਸਿੰਘ ਨੇ। ਅੱਛਾ ਅੱਛਾ। ਤੇ ਉਹ ਜ਼ਿਆਦਾ ਦੋ ਹੀ ਬਰਾਦਰੀ। ਜਿਹੜੇ ਗੁੱਜਰ ਲੋਕ ਉੱਥੇ ਬਾਦ ਨੇ ਉਹਨਾਂ ਦੀ ਕਿਹੜੀ ਗੋਤ ਹੈ? ਚੇਚੀ ਨੇ ਪੜਾਣੇ ਨੇ ਜਾਂ ਇਹਨੀ ਤਫਸੀਲ ਤੇ ਨਹੀਂ ਪਤਾ। ਗੁੱਜਰ ਅੱਛਾ। ਜ਼ਿਆਦਾ ਬਸ। ਗੁੱਜਰ ਦੇ ਨਾਮ ਸਾਰੇ ਅੱਛਾ, ਜਾਣਦੇ ਅੱਛਾ। ਪਛਾਣਦੇ ਆ। ਠੀਕ ਹੈ ਲੇਕਿਨ ਇਹ ਵੇ ਕਿ ਉਹ ਇੱਧਰ ਦੇ ਕਿ ਜਿਹੜੇ ਗੁੱਜਰ ਨੇ ਨਾ ਆਜ਼ਾਦ ਕਸ਼ਮੀਰ ਜੰਮੂ ਦੇ, ਉਹ ਨਹੀਂ ਹੈਗੇ। ਉਹ ਵੀ ਸਾਡੇ ਵੱਲੋਂ ਉਧਰ ਗੁਰਦਾਸਪੁਰ ਦੇ ਹੁਸ਼ਿਆਰਪੁਰ ਦੇ ਨੇ। ਹਾਂਜੀ ਉਧਰ ਦੇ। ਠੀਕ ਹੈ ਠੀਕ ਠੀਕ। ਇਹ ਜੀ ਪਿੰਡ ਸਤੋਕੇ।